ਦੁਆਬਾ ਰੇਡੀਓ। ਜੀ ਹਾਂ, ਦੁਆਬਾ ਰੇਡੀਓ। जी दोस्तों, सारे दोस्तों का फिर तो एक बार निੱਘਾ स्वागत है जी। प्रोग्राम चल रहा जिंदगीनामा हाले दुनिया। मैं ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਰਿਹਾ ਨਾਵਲ ਭੁੱਬਲ ਫਰਜੰਦ ਅਲੀ ਦੀ ਕਲਮ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ ਲੜੀਵਾਰ ਭਾਗ 14ਵਾਂ। ਇੱਕ ਦਿਨ ਮੇਰੀ ਬੈਠਿਆਂ ਗੌਰਮੈਂਟ ਕਾਲਜ ਲਾਹੌਰ ਦੇ ਸਾਬਕਾ ਪ੍ਰਿੰਸੀਪਲ ਹੁਜਰੇ ਦੇ ਵਿੱਚ ਆ ਗਏ। ਅਸਾਂ ਦੋਵੇਂ ਰੋਟੀ ਖਾ ਰਹੇ ਸਾਂ, ਉਸਤਾਦ ਤੇ ਮੈਂ। ਡਾਕਟਰ ਸਾਹਿਬ ਦੇ ਆਮਦਿਆਂ ਹੀ ਮੈਨੂੰ ਹੁਕਮ ਹੋ ਗਿਆ, ਜਾ ਇੱਕ ਬੰਦੇ ਦੀ ਰੋਟੀ ਹੋਰ ਲੈ ਕੇ ਆ। ਅੱਜ ਰੋਟੀ ਬਾਜ਼ਾਰੋਂ ਆਈ ਸੀ। ਮੈਂ ਜਾ ਕੇ ਇੱਕ ਬੰਦੇ ਦੀ ਰੋਟੀ ਹੋਰ ਲੈ ਆਇਆ। ਗਰਮੀਆਂ ਦੇ ਦਿਨ ਸਨ ਤੇ 2:30 ਵਜੇ ਦਾ ਵੇਲਾ ਹੋਣਾ ਹੈ। ਬਾਹਰ ਅੰਤਾਂ ਦੀ ਗਰਮੀ ਸੀ, ਪਰ ਹੁਜਰੇ ਦੇ ਵਿੱਚ ਠੰਡ ਸੀ। ਹੁਜਰੇ ਦੀ ਬਣਾਵਟ ਐਸੀ ਸੀ ਕਿ ਗਰਮੀਆਂ ਦੇ ਵਿੱਚ ਠੰਡਾ ਰਹਿੰਦਾ ਸੀ। ਤੇ ਰੋਟੀ ਖਾਵਣ ਮਗਰੋਂ ਡਾਕਟਰ ਸਾਹਿਬ ਵਾਸਤੇ ਉਹਨਾਂ ਆਪਣੇ ਹੱਥ ਦੇ ਨਾਲ ਕੁਝ ਸੇਬ ਕੱਟ ਕੇ ਛਿੱਲ ਕੇ ਉਹਨਾਂ ਅੱਗੇ ਪਲੇਟ ਦੇ ਵਿੱਚ ਰੱਖੇ। ਕੁਝ ਦੇਰ ਇੱਧਰ ਉੱਧਰ ਦੀਆਂ ਗੱਲਾਂ ਹੋਈਆਂ। ਦੋਵੇਂ ਯਾਰ ਸਨ। ਉਹ ਇੱਕ ਦੂਜੇ ਦੇ ਕੋਲੋਂ ਉੱਕਾ ਪਏ ਨਹੀਂ ਸਨ, ਕਿਤੇ ਝਿਜਕਦੇ ਤੇ ਨਾ ਹੀ ਕੁਝ ਸੰਗਦੇ ਸਨ। ਹਰ ਤਰ੍ਹਾਂ ਦੀ ਗੱਲਬਾਤ। ਡਾਕਟਰ ਸਾਹਿਬ ਨੂੰ ਪੁੱਛਣ ਉੱਤੇ, ਡਾਕਟਰ ਸਾਹਿਬ ਇੰਨੀ ਧੁੱਪ ਦੇ ਵਿੱਚ ਖੈਰੀ ਨਿਕਲੇ ਹੋ? ਡਾਕਟਰ ਸਾਹਿਬ ਆਖਿਆ, ਮੈਂ ਬੁੱਲੇ ਸ਼ਾਹ ਬਾਰੇ ਕੁਝ ਕੰਮ ਕਰਨਾ ਚਾਹੁੰਦਾ। ਪਿਕਚਰ ਵਾਲੇ ਮੇਰੇ ਸਰਪ੍ਰਸਤੀ ਕਰਨਾ ਚਾਹੁੰਦੇ ਨੇ, ਜਾਣੀ ਕਿ ਫਿਲਮਾਂ ਵਾਲੇ। ਉਹ ਇਸ ਕੰਮ ਦੇ ਵਿੱਚ ਮੇਰੀ ਹਰ ਤਰ੍ਹਾਂ ਦਾ ਨਾਲ ਜਿਹੜਾ ਮਦਦ ਕਰਨਾ ਚਾਹੁੰਦੇ ਨੇ। ਮੇਰੀ ਰੀਝ ਹੈ ਕਿ ਤੁਸੀਂ ਮੇਰੀ ਮਦਦ ਕਰੋ ਤਾਂ ਜੋ ਮੈਂ ਇਹ ਕੰਮ ਸਿਰੇ ਚਾੜ ਲਵਾਂ। ਉਸਤਾਦ ਪੁੱਛਿਆ, ਡਾਕਟਰ ਸਾਹਿਬ ਬੁੱਲੇ ਸ਼ਾਹ ਬਾਰੇ ਤੁਸੀਂ ਕੀ ਕੰਮ ਕਰਨਾ ਚਾਹੁੰਦੇ ਹੋ? ਡਾਕਟਰ ਸਾਹਿਬ ਬੜੇ ਇਤਮਾਦ ਦੇ ਨਾਲ ਬੋਲੇ, ਅਸਾਂ ਬੁੱਲੇ ਸ਼ਾਹ ਦੇ ਕਲਾਮ ਦੇ ਵਿੱਚੋਂ ਗਲਤੀਆਂ ਕੱਢ ਕੇ ਸਾਫ਼ ਕਰਨਾ ਚਾਹੁੰਦੇ ਹਾਂ। ਤੁਹਾਡੇ ਤੇ ਤੁਹਾਡੇ ਸਰਪ੍ਰਸਤਾਂ ਦੇ ਖਿਆਲ ਦੇ ਵਿੱਚ ਬੁੱਲੇ ਸ਼ਾਹ ਦੇ ਕਲਾਮ ਦੇ ਵਿੱਚ ਕਿਹੜੀਆਂ ਗਲਤੀਆਂ ਨੇ? ਉਸਤਾਦ ਜੀ ਕੁਝ ਖਿੱਚ ਕੇ ਬੋਲੇ ਸਨ। ਡਾਕਟਰ ਸਾਹਿਬ ਆਖਿਆ, ਇਸ ਨੇਕ ਮਕਸਦ ਦੇ ਲਈ ਤਾਂ ਤੁਹਾਡੀ ਮਦਦ ਲੋੜੀਂਦੇ ਹਾਂ। ਬੁੱਲੇ ਸ਼ਾਹ ਸਾਹਿਬ ਮੁਸਲਮਾਨ ਸੂਫੀ ਤੇ ਇਮਾਮ ਮਸਜਿਦ ਵੀ ਸਨ। ਉਹਨਾਂ ਦੇ ਵਾਲਦ ਵੀ ਇਮਾਮ ਮਸਜਿਦ ਸਨ। ਡਾਕਟਰ ਸਾਹਿਬ ਜ਼ੋਰ ਦੇ ਕੇ ਆਖਿਆ, ਸਾਡੇ ਖਿਆਲ ਦੇ ਵਿੱਚ ਮੁਸਲਮਾਨ ਬੁੱਲੇ ਸ਼ਾਹ ਦੇ ਕਲਾਮ 'ਚ ਗੈਰ ਇਸਲਾਮੀ ਸ਼ੇਰ ਕਿੰਝ ਆ ਗਏ ਸਕਦੇ ਨੇ? ਇਹ ਹੀ ਵੇਖਣਾ ਹੈ ਤੇ ਭਾਲਣਾ ਹੈ, ਕਲਾਮ ਨੂੰ ਸਾਫ਼ ਕਰਨਾ ਹੈ। ਉਸਤਾਦ ਜੀ ਤੁਸੀਂ ਵੀ ਕੁਝ ਮਦਦ ਕਰੋ। ਇਹ ਗੱਲ ਸੁਣ ਕੇ ਹੁਜਰੇ ਵਾਲਾ ਗਰਮ ਹੋ ਗਿਆ ਤੇ ਆਖਿਆ, ਡਾਕਟਰ ਸਾਹਿਬ ਨਾ ਤੇ ਤੁਸੀਂ ਪੰਜਾਬੀ ਦੇ ਬੰਦੇ ਹੋ ਤੇ ਨਾ ਹੀ ਤੁਸੀਂ ਕੋਈ ਪੰਜਾਬੀ ਦੀ ਕਿਤਾਬ ਪੜ੍ਹੀ ਹੋਈ ਹੈ, ਨਾ ਹੀ ਤੁਹਾਡਾ ਕੋਈ ਸ਼ੇਰੋ ਅਦਬ ਦੇ ਨਾਲ ਵਾਸਤਾ ਹੈ। ਫਿਰ ਤੁਹਾਨੂੰ ਕੀ ਹੱਕ ਹੈ ਬੁੱਲੇ ਸ਼ਾਹ ਦੀਆਂ ਸੁਣਤਾਂ ਕਰਨ ਟੁਰ ਪਏ ਹੋ? ਡਾਕਟਰ ਸਾਹਿਬ ਵੀ ਚੜ ਗਏ, ਗੁੱਸੇ ਦੇ ਨਾਲ ਬੋਲੇ, ਇਹ ਕੀ ਗੱਲ ਹੋਈ ਭਲਾ? ਮੈਂ ਪੰਜਾਬੀ, ਮੇਰਾ ਪਿਓ ਪੰਜਾਬੀ, ਮੇਰੀ ਮਾਂ ਪੰਜਾਬਣ, ਮੈਨੂੰ ਕਿਉਂ ਨਹੀਂ ਪੰਜਾਬੀ ਦੀ ਸਮਝ ਹੈ? ਮੈਂ ਸਾਰਾ ਪੰਜਾਬੀ ਦਾ ਲਿਟਰੇਚਰ ਪੜ੍ਹਿਆ ਹੋਇਆ ਹੈ। ਹੁਜਰੇ ਵਾਲੇ ਮੁਸਕਰਾ ਕੇ ਆਖਿਆ, ਡਾਕਟਰ ਸਾਹਿਬ ਤੁਸਾਂ ਪੰਜਾਬੀ ਦਾ ਕੁਝ ਨਹੀਂ ਪੜ੍ਹਿਆ ਹੋਇਆ। ਜੇ ਪੜ੍ਹਿਆ ਹੁੰਦਾ ਨਾ ਤਾਂ ਇੰਜ ਉਸ ਤਰ੍ਹਾਂ ਨਾ ਫੇਰਦੇ, ਉਸ ਤਰ੍ਹਾਂ। ਡਾਕਟਰ ਸਾਹਿਬ ਫੇਰ ਆਖਿਆ, ਮੈਂ ਪੜ੍ਹਿਆ ਹੋਇਆ ਹੈ, ਮੈਨੂੰ ਪੰਜਾਬੀ ਦੀ ਸਮਝ ਹੈ, ਮੈਂ ਪੰਜਾਬੀ ਦਾ ਚੰਗਾ ਜਾਣੂ ਹਾਂ। ਉਹ ਨਹੀਂ, ਤੁਸੀਂ ਜੋ ਪੜ੍ਹਿਆ ਹੈ ਉਹ ਇੱਧਰ ਉੱਧਰ ਦਾ ਲਿਟਰੇਚਰ ਪੜ੍ਹਿਆ ਹੋਣਾ ਹੈ। ਇੱਧਰ ਦਾ ਕੋਈ ਕੰਮ ਹੀ ਨਹੀਂ ਹੋਇਆ। ਉਸ ਪਾਸੇ ਬੁੱਲੇ ਸ਼ਾਹ ਤੇ ਦੂਜੇ ਪੰਜਾਬੀ ਲਿਟਰੇਚਰ ਉੱਤੇ ਬਹੁਤ ਜ਼ਿਆਦਾ ਕੰਮ ਹੋਇਆ ਹੈ ਜੋ ਤੁਸੀਂ ਨਹੀਂ ਪੜ੍ਹਿਆ। ਪਹਿਲੇ ਉਹ ਪੜ੍ਹੋ ਤਾਂ ਫਿਰ ਵੇਖੋ ਬੁੱਲੇ ਸ਼ਾਹ ਦੇ ਉੱਤੇ ਕਿੰਨਾ ਕੁ ਕੰਮ ਕੀਤਾ ਹੈ ਪੰਜਾਬੀ ਪਿਆਰਿਆਂ ਨੇ। ਪਰ ਡਾਕਟਰ ਸਾਹਿਬ ਅੜ ਗਏ। ਅਨਪੜ੍ਹਤਾ ਦਾ ਤਾਣਾ ਸੁਣ ਕੇ ਬੋਲੇ, ਜਦ ਮੈਂ ਪੰਜਾਬੀ ਹਾਂ, ਪੰਜਾਬੀ ਲਿਟਰੇਚਰ ਵੀ ਪੜ੍ਹਿਆ ਹੋਇਆ ਹੈ, ਫਿਰ ਮੈਨੂੰ ਕੀ ਲੋੜ ਹੈ ਗੁਰਮੁਖੀ ਪੜ੍ਹਨ ਦੀ? ਡਾਕਟਰ ਸਾਹਿਬ ਜਜ਼ਬਾਤੀ ਹੋ ਗਏ, ਬੋਲੀ ਗਏ।
ਮੈਨੂੰ ਮਾਲੂਮ ਹੈ ਬੁੱਲੇ ਸ਼ਾਹ ਸਾਹਿਬ ਦਾ ਪੰਜਾਬੀ ਅਦਬ ਦੇ ਵਿੱਚ ਕੀ ਮੁਕਾਮ ਹੈ ਤੇ ਕੀ ਰੁਤਬਾ ਹੈ। ਮੈਨੂੰ ਪੰਜਾਬੀ ਜ਼ੁਬਾਨ ਦੀ ਸਮਝ ਤੇ ਸੂਝ ਹੈ। ਮੈਂ ਕਿਉਂ ਕਿਸੇ ਦੇ ਕੋਲ ਪੁੱਛਦਾ ਫਿਰਾਂ ਕਿ ਬੁੱਲੇ ਸ਼ਾਹ ਦਾ ਕੀ ਮੁਕਾਮ ਹੈ। ਗੱਲ ਵੱਧ ਗਈ ਸੀ, ਬਹੁਤ ਤਲਖੀ ਹੋਈ। ਦੋਵੇਂ ਯਾਰ ਆਪਣੀ ਜਿੱਦ ਦੇ ਉੱਤੇ ਅੜ ਗਏ। ਹੁਜਰੇ ਵਾਲੇ ਆਖਿਆ, ਉਸਤਾਦ ਨੇ ਕਿਹਾ, ਜੇ ਤੁਹਾਨੂੰ ਪੰਜਾਬੀ ਜ਼ੁਬਾਨ ਆਉਂਦੀ ਹੈ, ਸੂਝ ਬੂਝ ਵੀ ਹੈ, ਤਾਂ ਇਸ ਸ਼ੇਰ ਦੀ ਤਸ਼ਰੀਹ ਕਰ ਦਿਓ ਫਿਰ। ਨਰੜ ਗੰਢੀਏ ਕਰੜ ਕੱਟੀਏ, ਕਿਸੇ ਨਵੇਲੀਏ ਮਾਰ ਪੰਡੜੀਏ ਨੀ, ਫਿਰੇ ਸਾਨਾ ਦੇ ਨਾਲ ਖੈਂਦੀ ਚੱਪੜ ਬੰਡੀਏ ਛੰਨੀਏ ਚਹਿਰੀਏ ਨੀ। ਜੇ ਇੱਥੇ ਤੁਹਾਨੂੰ ਸ਼ਰਮ ਆਉਂਦੀ ਹੈ ਨਾ ਤਾਂ ਲਿਖ ਕੇ ਲੈ ਜਾਓ, ਘਰ ਬੈਠ ਕੇ ਤਸ਼ਰੀਹ ਜਾਣੀ ਕਿ ਇਹਦੀ ਟਰਾਂਸਲੇਟ ਜਾਂ ਇਹਨੂੰ ਵਿਆਖਿਆ ਕਰ ਦਿਓ। ਪਰ ਡਾਕਟਰ ਸਾਹਿਬ ਤੇ ਹੈਰਾਨ ਸਨ। ਬੁੱਲੇ, ਮੈਂ ਇਹ ਸ਼ੇਰ ਕਿਧਰੇ ਨਹੀਂ ਪੜ੍ਹਿਆ ਹੈ, ਲੱਗਦਾ ਹੈ ਵਾਰਿਸ ਸ਼ਾਹ ਦਾ ਹੋਣਾ ਹੈ। ਇਸ ਲਈ ਤਾਂ ਮੈਂ ਆਖਣਾ ਵਾ ਕਿ ਤੁਸਾਂ ਪੰਜਾਬੀ ਦੇ ਬੰਦੇ ਨਹੀਂ ਹੋ। ਬੁੱਲੇ ਸ਼ਾਹ ਦੀਆਂ ਸੁਣਤਾਂ ਨਾ ਕਰੋ ਤੁਸੀਂ, ਪਰ ਤੁਸਾਂ ਆਪਣੀ ਜਾਤ ਨੂੰ ਤੂਲ ਹੀ ਬਹੁਤ ਦਿੱਤਾ ਹੋਇਆ ਹੈ। ਕਿਸੇ ਦੀ ਗੱਲ ਤੁਹਾਡੇ ਤਿੱਕਰ ਅੱਪੜਦੀ ਨਹੀਂ ਹੈ। ਮੌਲਵੀ ਲੋਕਾਂ ਤਾਂ ਪਹਿਲੇ ਹੀ ਬੁੱਲੇ ਸ਼ਾਹ ਤੇ ਹੋਰ ਪੰਜਾਬੀ ਜ਼ੁਬਾਨ ਦੇ ਅਦਬ ਦੇ ਨਾਲ ਬਹੁਤ ਧਰੋਹ ਕੀਤਾ ਹੋਇਆ ਹੈ, ਸੁੰਨਤਾਂ ਕੀਤੀਆਂ ਹੋਈਆਂ ਨੇ। ਹੁਣ ਤੁਸੀਂ ਉਸ ਤਰ੍ਹਾਂ ਲੈ ਕੇ ਤੁਰ ਪਏ ਹੋ। ਹੁਣ ਡਾਕਟਰ ਸਾਹਿਬ ਕੁਝ ਨਹੀਂ ਸਨ ਬੋਲ ਰਹੇ, ਚੁੱਪ ਕਰ ਗਏ। ਉਹਨਾਂ ਫੇਰ ਆਖਿਆ, ਡਾਕਟਰ ਸਾਹਿਬ, ਤੁਸਾਂ ਪੈਸੇ ਖਾਣੇ ਨੇ ਤਾਂ ਕੋਈ ਹੋਰ ਤਰੀਕੇ ਦੇ ਨਾਲ ਖਾ ਲਵੋ। ਵੈਸੇ ਮੈਂ ਤੁਹਾਡੀ ਮਦਦ ਦੇ ਲਈ ਜੋ ਕੁਝ ਹੋਇਆ ਕਰ ਸਾਂ। ਕੁਝ ਹੋਰ ਝੱਟ ਬੈਠਣ ਮਗਰੋਂ ਡਾਕਟਰ ਸਾਹਿਬ ਚਲੇ ਗਏ ਤਾਂ ਮੈਨੂੰ ਪੁੱਛਿਆ, ਸ਼ੇਖੂਪੁਰੀਆ, ਤੂੰ ਇਸ ਸ਼ੇਰ ਦੀ ਤਸ਼ਰੀਹ ਕਰ ਸਕਣਾ ਹੈ? ਤਸ਼ਰੀਹ ਤਾਂ ਔਖੀ ਮਾਲੂਮ ਹੁੰਦੀ ਹੈ ਉਸਤਾਦ ਜੀ, ਮੈਂ ਆਖਿਆ, ਪਰ ਇਸ ਸ਼ੇਰ ਦਾ ਤਰਜਮਾ ਕਰ ਸਕਣਾ ਹਾਂ। ਕੁਝ ਵੀ ਔਖਾ ਨਹੀਂ ਹੁੰਦਾ, ਬਸ ਜ਼ਰਾ ਤਵੱਜੋ ਕਰਨ ਦੀ ਲੋੜ ਹੁੰਦੀ ਹੈ। ਉਸ ਦਿਨ ਦੇ ਮਗਰੋਂ ਵੀ ਕਈ ਦਿਨ ਪੰਜਾਬੀ ਜ਼ੁਬਾਨ ਤੇ ਅਦਬ ਮੌਜੂ ਬਣਿਆ ਰਿਹਾ। ਉਸਤਾਦ ਜੀ ਨੂੰ ਕਿਤਾਬਾਂ ਦੇ ਨਾਲ ਬਹੁਤ ਪਿਆਰ ਸੀ। ਬੇਸ਼ੁਮਾਰ ਤੇ ਬੇਤਰਤੀਬ ਕਿਤਾਬਾਂ ਦੇ ਢੇਰ ਦੇ ਵਿੱਚੋਂ ਮਤਲਬ ਦੀ ਕਿਤਾਬ ਲੱਭਣ ਦੇ ਲਈ ਉਹਨਾਂ ਨੂੰ ਖੇਚਲ ਬਹੁਤ ਕਰਨੀ ਪੈਂਦੀ ਸੀ। ਇਸ ਖੇਚਲ ਤੋਂ ਡਰਦਿਆਂ ਬਾਜ਼ਾਰੋਂ ਨਵੀਂ ਕਿਤਾਬ ਖਰੀਦ ਲਿਆਉਂਦੇ ਸਨ। ਇੱਕ ਕਿਤਾਬ ਦੀਆਂ ਕਈ ਜਿਲਦਾਂ ਆ ਜਾਂਦੀਆਂ ਸਨ ਤੇ ਕੁਝ ਵੇਲਾ ਲੰਘਣ ਮਗਰੋਂ ਫਿਰ ਕਿਤਾਬਾਂ ਦੇ ਜੰਗਲ ਦੇ ਵਿੱਚ ਕਿਤਾਬ ਗੁਆ ਜਾਂਦੀ ਸੀ। ਇੱਕ ਵਾਰ ਪਸ਼ਤੋ ਜ਼ਬਾਨ ਪੜ੍ਹਨ ਦਾ ਸ਼ੌਂਕ ਹੋ ਗਿਆ। ਸਾਰਾ ਲਾਹੌਰ ਛਾਣ ਮਾਰਿਆ, ਕੋਈ ਮਤਲਬ ਦੀ ਕਿਤਾਬ ਨਾ ਮਿਲੀ ਤਾਂ ਜਹਾਜ਼ ਦੇ ਉੱਤੇ ਬਹਿ ਕੇ ਪਸ਼ਾਵਰ ਚਲੇ ਗਏ। ਲੋੜ ਦੀਆਂ ਪਸ਼ਤੋ ਸਿਖਾਵਣ ਵਾਲੀਆਂ ਕਿਤਾਬਾਂ ਲਿਆਂਦੀਆਂ, ਖੋਰੇ ਪੜ੍ਹੀਆਂ ਵੀ ਕਿੰਨਾ। ਕਿਤਾਬ ਨੂੰ ਜਿਲਦ ਕਰਵਾ ਕੇ ਪੜ੍ਹਦੇ ਸਨ ਉਹਨਾਂ ਦੇ ਖਿਆਲ ਦੇ ਵਿੱਚ। ਹਾਂ, ਪਹਿਲਾਂ ਜਿਲਦਾਂ ਨਹੀਂ ਹੁੰਦੀਆਂ ਸੀ ਨਾ, ਪਹਿਲਾਂ ਸਕੂਲ ਅਸੀਂ ਜਦੋਂ ਪੜ੍ਹਦੇ ਸੀ, ਅਸੀਂ ਵੀ ਅੱਜ ਤੋਂ 30-35 ਸਾਲ ਪਿੱਛੇ ਚਲੇ ਜਾਈਏ ਤਾਂ ਉਦੋਂ ਸਕੂਲੋਂ ਜਿਹੜੀਆਂ ਕਿਤਾਬਾਂ ਮਿਲਦੀਆਂ ਸੀ ਉਹ ਜਿਲਦ ਤੋਂ ਬਿਨਾਂ ਹੁੰਦੀਆਂ ਸੀ। ਪਹਿਲਾਂ ਉਹਨਾਂ ਨੂੰ ਜਿਲਦਾਂ ਕਰਵਾਉਣੀਆਂ ਪੈਂਦੀਆਂ ਸੀ, ਬਣਵਾਉਣੀਆਂ ਪੈਂਦੀਆਂ ਸੀ, ਫਿਰ ਉਹਨਾਂ ਨੂੰ ਉੱਪਰ ਕਵਰ ਚੜਾਈਦੇ ਸੀ। ਕਿਤਾਬਾਂ ਨੂੰ ਜਿਲਦ ਕਰਵਾ ਕੇ ਪੜ੍ਹਦੇ ਸਨ। ਉਹਨਾਂ ਦੇ ਖਿਆਲ ਦੇ ਵਿੱਚ ਬਿਨਾਂ ਜਿਲਦ ਦੇ ਕਿਤਾਬ ਪੜ੍ਹਨ ਦੇ ਵਿੱਚ ਸਵਾਦ ਨਹੀਂ ਸੀ ਆਉਂਦਾ ਤੇ ਨਾ ਹੀ ਕਿਤਾਬ ਦਾ ਪੂਰਾ ਇਹਤਰਾਮ ਹੁੰਦਾ ਹੈ, ਇੱਜ਼ਤ ਮਾਣ ਨਹੀਂ ਹੁੰਦਾ। ਇੱਕ ਦਿਨ ਮੈਨੂੰ ਹੁਕਮ ਹੋ ਗਿਆ, ਉਸ ਢੇਰ ਦੇ ਵਿੱਚੋਂ ਵੇਖ ਕਿਤਾਬ ਹੀ ਨਾ ਕਾਬਿਲ ਤਸਖੀਰ ਜ਼ਿਹਨ ਇਨਸਾਨੀ ਦੀ। ਮੈਂ ਲੱਭਣ ਦੇ ਵਿੱਚ ਜੁਟ ਗਿਆ। ਕਿਤਾਬਾਂ ਦੇ ਢੇਰਾਂ ਦੇ ਢੇਰ ਫਰੋਲ ਮਾਰੇ ਪਰ ਕਿਤਾਬ ਨਹੀਂ ਸੀ ਲੱਭ ਰਹੀ। ਬੂਹੇ ਦੇ ਵਿੱਚੋਂ ਕਿਸੇ ਬੰਦੇ ਨੇ ਆਵਾਜ਼ ਦੇ ਕੇ ਆਖਿਆ, ਉਸਤਾਦ ਜੀ, ਪਤੀਲਾ ਫੜਾਇਆ ਜੇ। ਉਸ ਬੰਦੇ ਜਿਹੜਾ ਉਹਨਾਂ ਦਾ ਹੀ ਹਮ ਉਮਰ ਸੀ, ਹੱਥ ਅੱਗੇ ਵਧਾਇਆ, ਕਿਹੜਾ ਪਤੀਲਾ ਹਕੀਮ ਜੀ? ਆਓ ਬੈਠੋ, ਆ ਜਾਓ। ਕੀ ਗੱਲ ਹੈ? ਇੱਥੇ ਤਾਂ ਕੋਈ ਪਤੀਲਾ ਨਹੀਂ, ਇਹ ਕੁਝ ਹਾਂਡੀ ਪਕਾਉਣ ਦੇ ਲਈ ਬਰਤਨ ਨੇ। ਚਲੋ ਇਹ ਵੀ ਆ ਗਿਆ। ਹਕੀਮ ਜੀ ਉੱਥੋਂ ਅਫਸੋਸ ਕਰਦੇ ਹੋਏ ਆਖਿਆ, ਪਲਾ ਪਕਾਇਆ ਸੀ, ਜਾਣੀ ਕਿ ਚੌਲ ਬਣਾਏ ਨੇ। ਇੱਕ ਦੇਗ ਨਿਆਜ਼ ਲਈ, ਦੇਗ ਜਿਹੜੀ ਸੀ ਨਿਆਜ਼ ਦੇ ਲਈ,
ਤੇ ਚੌਲਾਂ ਤੇ ਬੋਟੀਆਂ ਦੇ ਨਾਲ ਭਰ ਕੇ ਪਤੀਲਾ ਤੁਹਾਡੇ ਵੱਲ ਘੱਲਿਆ ਸੀ। ਇੱਧਰ ਹੀ ਕੋਈ ਬੰਦਾ ਆ ਰਿਹਾ ਸੀ, ਤੁਹਾਡਾ ਕੋਈ ਸ਼ਾਗਿਰਦ ਹੋਣਾ ਹੈ। ਮੈਂ ਐਤਬਾਰ ਕਰਕੇ ਲੁੱਟਿਆ ਗਿਆ ਜੀ ਉੱਤੇ। ਮੇਰਾ ਕਿਹੜਾ ਸ਼ਾਗਿਰਦ ਸੀ ਜੀ? ਹਕੀਮ ਜੀ ਕੌਣ ਸੀ? ਮੈਂ ਕੀ ਜਾਣਾ। ਐਤਬਾਰ ਕਰ ਲਿਆ ਤੇ ਲੋਕਾਂ ਉੱਤੇ ਹੈ ਨਾ। ਹਕੀਮ ਜੀ ਨੇ ਆਖਿਆ, ਇਸੇ ਤਰ੍ਹਾਂ ਲੋਕਾਂ ਦੇ ਨਾਲ ਨੇਕੀਆਂ ਕਰ ਕਰਕੇ ਮੇਰੇ ਬਹੁਤ ਸਾਰੇ ਭਾਂਡੇ ਗਵਾਚ ਗਏ ਨੇ। ਜਿੱਧਰ ਵੀ ਕੋਈ ਸ਼ੈ ਤੁਰੀ ਦੀ ਹੈ, ਪਰਤ ਕੇ ਨਹੀਂ ਆਈ ਹੈ, ਉੱਥੋਂ ਹੀ ਪਰਤ ਕੇ ਜਾਂਦੇ ਹੋਏ ਆਖਿਆ ਉਹਨੇ, ਅਸਾਂ ਤਾਂ ਨੇਕੀ ਕਰਦੇ ਹੀ ਠੱਗੇ ਜਾਂਦੇ ਆ। ਪਤਾ ਨਹੀਂ ਲੋਕ ਕੀ ਸਮਝਦੇ ਹੋ ਸਨ। ਹਕੀਮ ਦੇ ਜਾਵਨ ਦੇ ਮਗਰੋਂ ਉਸਤਾਦ ਬਹੁਤ ਹੱਸਿਆ। ਵਾਹ ਹਕੀਮ ਜਲੰਧਰ ਦਾ, ਵਾਹ ਬਈ ਵਾਹ ਆਖ ਕੇ ਫਿਰ ਹੱਸਣ ਲੱਗ ਪੈਂਦਾ। ਮੈਂ ਹੈਰਾਨ ਸਾਂ ਕਿ ਵਿਚਾਰੇ ਦਾ ਨੁਕਸਾਨ ਹੋ ਗਿਆ ਹੈ, ਪਰ ਇੱਥੇ ਹਾਸਾ ਕਿਹੜੀ ਗੱਲ ਉੱਤੇ ਹੈ। ਫਿਰ ਉਹਨਾਂ ਮੈਨੂੰ ਪੁੱਛਿਆ, ਸ਼ੇਖੂਪੁਰੀਆ ਤੇਰੇ ਪਿੰਡ ਕੋਈ ਐਸਾ ਹਕੀਮ ਹੈ ਜਲੰਧਰ ਦਾ? ਮੈਨੂੰ ਕੁਝ ਸਮਝ ਨਹੀਂ ਆਈ। ਮੈਂ ਅਜੇ ਵੀ ਹੈਰਾਨ ਸਾਂ। ਉਸਤਾਦ ਜੀ ਦੱਸਿਆ, ਸ਼ੇਖੂਪੁਰੀਆ ਪਹਿਲੇ ਪਹਿਲ ਤਾਂ ਮੈਨੂੰ ਵੀ ਸਮਝ ਨਹੀਂ ਸੀ ਆਇਆ ਕਰਦੀ ਜਦ ਮੈਂ ਇੱਥੇ ਆਇਆ ਸਾਂ। ਇਹ ਪਹਿਲੇ ਤੋਂ ਹੀ ਇੱਥੇ ਸੀ, ਨਾਲ ਹੀ ਇਹਦੀ ਹਿਕਮਤ ਦੀ ਦੁਕਾਨ ਹੈ। ਹਕੀਮ ਜੀ ਮੇਰੇ ਕੋਲ ਆ ਕੇ ਬਹਿ ਜਾਇਆ ਕਰਦੇ ਸਨ ਤੇ ਆਪਣੀਆਂ ਗੱਲਾਂ ਸੁਣਾਇਆ ਕਰਦੇ ਸੀ। ਆਪਣੇ ਕਿੱਸੇ, ਆਪਣੀ ਜਵਾਨੀ ਤੇ ਹੁਸਨ ਦੇ ਕਿੱਸੇ, ਸਖਾਵਤ ਤੇ ਹਿਕਮਤ ਦੇ ਕਿੱਸੇ, ਕੁਝ ਵਨਗੀ ਦੇ ਕਿੱਸੇ ਸੁਣੇਗਾ ਜੀ? ਜੇ ਦਿਲਚਸਪ ਹੋਵਨ ਤਾਂ ਜੀ ਜ਼ਰੂਰ ਉਸਤਾਦ ਜੀ। ਮੈਂ ਅਜੇ ਵੀ ਨਹੀਂ ਸਾਂ ਕੁਝ ਸਮਝ ਸਕਿਆ। ਉਹਨਾਂ ਆਖਿਆ, ਪਹਿਲਾ ਕਿੱਸਾ ਤਾਂ ਹਕੀਮ ਜੀ ਆਪਣੀ ਜਵਾਨੀ ਦਾ ਸੁਣਾਇਆ ਕਿ ਜਦ ਮੈਂ ਜਵਾਨ ਹੁੰਦਾ ਸਾਂ, ਪੂਰੀ ਜਵਾਨੀ ਮੇਰੇ ਸਰੀਰ ਦੇ ਦਰਸ਼ਨ ਦੇ ਲਈ ਲੋਕ ਦੂਰੋਂ ਦੂਰੋਂ ਆਇਆ ਕਰਦੇ ਸਨ। ਲੋਕਾਂ ਦੇ ਜ਼ੋਕ ਸ਼ੌਂਕ ਤੇ ਬੇਸਬਰੀ ਵਜੋਂ ਸਾਡੇ ਘਰ ਮੇਲਾ ਲੱਗਿਆ ਰਹਿੰਦਾ ਸੀ। ਸਭ ਨੂੰ ਅਸੀਂ ਅੰਨ ਪਾਣੀ ਕਰਵਾ ਕੇ ਘੱਲਦੇ ਸਾਂ। ਜਦ ਬਹੁਤ ਮੁਲਕ ਢੁਕਣ ਲੱਗਿਆ ਤਾਂ ਮੇਰਾ ਪਿਓ ਮੈਨੂੰ ਅੰਦਰ ਬੰਦ ਕਰ ਦਿੱਤਾ। ਸਿਰਫ ਜੁੰਮੇ ਦੇ ਜੁੰਮੇ ਮੇਰਾ ਦਰਸ਼ਨ ਕਰਵਾਇਆ ਜਾਂਦਾ ਸੀ ਤੇ ਉਹ ਵੀ ਬਾਲਕੋਨੀ ਦੇ ਵਿੱਚੋਂ। ਬਸ 5 ਮਿੰਟ ਦੇ ਲਈ ਸਾਹਮਣੇ ਆਉਂਦਾ ਸੀ ਮੈਂ। ਮੇਰੀ ਇੱਕ ਝਲਕ ਵੇਖਣ ਦੇ ਲਈ ਪੂਰੀ ਰਿਆਸਤ ਕੀ ਦੂਜੇ ਰਜਵਾੜਿਆਂ ਤੋਂ ਵੀ ਲੋਕ 8-8 ਦਿਨ ਪਹਿਲੇ ਆ ਕੇ ਸਾਡੇ ਘਰ ਦੇ ਸਾਹਮਣੇ ਡੇਰਾ ਲਾਇਆ ਕਰਦੇ ਸਨ। ਆਪਣੇ ਬਿਸਤਰਿਆਂ ਤੇ ਬਾਲ ਬੱਚੇ ਸਮੇਤ ਆਉਂਦੇ ਸਨ। ਲੋਕ ਮੇਰੇ ਉੱਤੋਂ ਪੈਸੇ ਵਾਰਨਾ ਚਾਹੁੰਦੇ ਸਨ, ਪਰ ਮੇਰੇ ਪਿਓ ਸਖਤੀ ਦੇ ਨਾਲ ਮਨਾ ਕਰਕੇ ਆਖ ਦਿੱਤਾ, ਸਾਡੇ ਮੁੰਡੇ ਦਾ ਹੁਸਨ ਜਵਾਨੀ ਵਿਕਾਊ ਨਹੀਂ ਹੈ ਜਿਹੜੇ ਚੱਲ ਕੇ ਆ ਜਾਂਦੇ ਆ। ਇੱਕ ਵਾਰ ਤਾਂ ਇੱਕ ਰਾਜੇ ਮੈਨੂੰ ਆਪਣੀ ਧੀ ਤੇ ਅੱਧੀ ਰਿਆਸਤ ਦੇਵਨ ਦੀ ਵੀ ਮਿਹਨਤ ਕੀਤੀ, ਪਰ ਮੇਰੇ ਪਿਓ ਕਿਸੇ ਨੂੰ ਮੂੰਹ ਹੀ ਨਹੀਂ ਸੀ ਲਾਇਆ। ਹਕੀਮ ਜੀ ਦਾ ਆਖਣਾ ਸੀ ਕਿ ਮੇਰੀ ਤਾਕਤ ਤੇ ਟਿੱਲ ਦਾ ਤਾਂ ਅੰਦਾਜ਼ਾ ਹੀ ਨਹੀਂ ਸੀ। ਤੁਸੀਂ ਜਲੰਧਰ ਸ਼ਹਿਰ ਜਾਓ ਤਾਂ ਉੱਥੇ ਤੁਹਾਨੂੰ ਹਰ ਜਿਹੜਾ ਢਗਾ ਕੁੱਬਾ ਨਜ਼ਰ ਆਏਗਾ। ਕੀ ਵਜ੍ਹਾ ਹੈ ਭਲਾ ਇਹਦੀ? ਵਜ੍ਹਾ ਇਹ ਹੈ ਕਿ ਮੈਂ ਸ਼ਹਿਰ ਦੇ ਜਿਹੜੇ ਢਗੇ ਉੱਤੇ ਵੀ ਹੱਥ ਰੱਖਦਾ, ਉਹਦਾ ਹੀ ਜਿਹੜਾ ਲੱਕ ਟੁੱਟ ਜਾਂਦਾ ਸੀ। ਹੁਣ ਉੱਥੇ ਨਸਲੀ ਕੁੱਬੇ ਢਗਿਆਂ ਦੀ ਮਿਲੇਗੀ ਤੁਹਾਨੂੰ ਜਾ ਕੇ। ਇੱਕ ਵਾਰ ਸਾਡੇ ਕਿਸੇ ਰਿਸ਼ਤੇਦਾਰ ਮੁੰਡੇ ਦੀ ਜੰਝ ਜਿਹੜੀ ਜਲੰਧਰੋਂ ਬਾਹਰ ਕਿਸੇ ਪਿੰਡ ਜਾਣੀ ਸੀ। ਪਿੰਡਾਂ ਦੇ ਰਾਹ ਕੱਚੇ ਹੀ ਹੁੰਦੇ ਸਨ, ਇਹ ਤਾਂ ਤੁਹਾਨੂੰ ਮਾਲੂਮ ਹੀ ਹੋਏਗਾ। ਮੀਂਹ ਵਰਿਆ ਹੋਇਆ ਸੀ, ਹਰ ਪਾਸੇ ਚਿੱਕੜ ਖੋਬਾ ਬਹੁਤ ਸੀ। ਰਾਹ ਦੇ ਵਿੱਚ ਇੱਕ ਥਾਂ ਬੱਸ ਖੁੱਭ ਗਈ। ਡਰਾਈਵਰ ਬਥੇਰਾ ਬੱਸ ਲਾਇਆ, ਬੱਸ ਨਾ ਨਿਕਲੀ। ਸਵਾਰੀਆਂ ਹੇਠਾਂ ਉਤਾਰ ਦਿੱਤੀਆਂ। ਖਾਲੀ ਬੱਸ ਨੂੰ ਸਾਰੀ ਜੰਝ ਧੱਕਾ ਲਾਇਆ, ਪਰ ਬੱਸ ਤਾਂ ਧੁਰੇ ਤਿੱਕਰ ਖੁੱਭੀ ਹੋਈ ਸੀ। ਉਹ ਕਿੱਥੋਂ ਨਿਕਲੇ ਭਾਈ? ਧੁਰਾ ਜ਼ਮੀਨ ਨਾਲ ਲੱਗਿਆ ਹੋਇਆ। ਲਾੜੇ ਦਾ ਪਿਓ ਬੜਾ ਪਰੇਸ਼ਾਨ, ਡਰੇ ਜੇ ਕੁਵੇਲ ਹੋ ਗਈ ਤਾਂ ਕੁੜੀ ਵਾਲਿਆਂ ਨਾਰਾਜ਼ ਹੋ ਜਾਣਾ ਹੈ। ਮੇਰੇ ਪਿਓ ਨੂੰ ਉਹਦੇ ਉੱਤੇ ਤਰਸ ਆ ਗਿਆ। ਉਸ ਆਖਿਆ, ਸਾਰੇ ਬਹਿ ਜਾਓ ਆਪਣੀਆਂ ਆਪਣੀਆਂ ਸੀਟਾਂ ਉੱਤੇ ਜਾ ਕੇ। ਮੇਰੇ ਪਿਓ ਦਾ ਹੁਕਮ ਸੀ। ਸਾਰੀ ਜੰਝ ਸੀਟਾਂ ਉੱਤੇ ਜਾ ਬੈਠੀ, ਰਹਿੰਦੀ ਜੰਝ ਛੱਤ ਉੱਤੇ ਜਾ ਚੜੀ। ਲਾੜਾ ਤੇ ਲਾੜੇ ਦੇ ਪਿਓ ਨੂੰ ਵੀ ਮੇਰੇ ਪਿਓ ਬੱਸ ਦੇ ਵਿੱਚ ਅੰਦਰ ਧੱਕ ਦਿੱਤਾ। ਆਪ ਵੀ ਬੱਸ ਦੇ ਵਿੱਚ ਬੈਠ ਕੇ ਮੈਨੂੰ ਆਖਿਆ, ਚੱਲੋ ਪੁੱਤਰਾ ਦੇ ਮੋਢਾ, ਅੰਤ ਭਲੇ ਦਾ ਭਲਾ। ਮੈਂ ਬੱਸ ਨੂੰ ਮੋਢਾ ਦੇ ਕੇ ਖੋਬੇ ਦੇ ਵਿੱਚੋਂ ਕੱਢਿਆ, ਜਿਵੇਂ ਮੱਖਣ ਦੇ ਵਿੱਚੋਂ ਵਾਲ ਕੱਢ ਲਈਦੇ ਨੇ। ਮੱਖਣ ਦੇ ਵਿੱਚੋਂ ਵਾਲ ਕੱਢ ਲਈਦਾ ਨਾ,
उस्ताद जी उदा। मां बड़ा हसिया। मैं इंजन बंद कर दिता। तोड़ कुड़ी वालियां दे पिंड तिक्कर मोढे दे नाल धक्का ला के बस अपड़ा दित्ती। जद कुड़ी वालियां नूं मेरी ताकत दा पता लग्या तां उन्हां अपणियां सारियां कुड़ियां सामने पाल दे विच खलार दे मिन्नत कीता कि जेदे उत्ते हत्थ रखे ओ ही तेरी, पर मैं किसे उत्ते थुक्या भी ना। मेरे मूहों वाह वाह निकलिया तां उस्ताद जी पुछया, शेखूपुरिया तू वेख्या है कदे इहो जिहा हकीम जलंधर दा? तां तैनूं कहना है। आप अजे हस रहे सन। उन्हां ने आख्या, इहो जिहे कई किस्से हकीम सुनाए सन मैनू। ये तां बहुत वधिया बंदा है उस्ताद जी। मैं ऐसा कोई हकीम नहीं वेख्या, जे कोई है भी तां मैं कदी गौर नहीं सी कीता। फिर उस्ताद जी हकीम दी जवानी दा एक होर किस्सा सुनाया, जिहड़ा हकीम साहब उन्हां नूं सुनाया करदे सी। हकीम जी आख्या करदे कि मैं जवानी वेले दौड़ लाया करदा सां, ਇੱਥੇ ਲਾਹੌਰੋਂ ਸ਼ੇਖੂਪੁਰੇ ਤਿੱਕਰ। ਮੇਰੇ ਰਾਹ ਦੇ ਵਿੱਚ ਮੀਲ ਮੀਲ ਉੱਤੇ ਜੱਟੀਆਂ ਲੱਸੀ ਦੀ ਚਾਟੀ ਤੇ ਵਿੱਚ ਜਿਹੜਾ ਮੱਖਣ ਦਾ ਪੇੜਾ ਲੈ ਕੇ ਖਲੋਤੀਆਂ ਹੁੰਦੀਆਂ ਸਨ। ਮੇਰੀ ਜਵਾਨੀ ਵੇਖ ਜੱਟੀਆਂ ਤੜਫ ਤੜਫ ਜਾਂਦੀਆਂ ਸਨ। ਮੈਂ ਲੱਸੀ ਪੀਤੀ ਜਾਂਦਾ ਤੇ ਮੱਖਣ ਖਾਈ ਜਾਂਦਾ ਸਾਂ। ਜਦ ਕੋਈ ਜੱਟੀ ਨੇੜੇ ਹੋਵਣ ਲੱਗਦੀ ਤਾਂ ਮੈਂ ਆਖਦਾ, ਹਟ ਹਟ ਪਰੇ। ਮੈਂ ਸ਼ੇਖੂਪੁਰੀਏ ਤੋਂ ਪਰਤਦਾ ਤਾਂ ਜੱਟੀਆਂ ਅਜੇ ਤਿੱਕਰ ਉਸੇ ਹੀ ਹਾਲਤ ਦੇ ਵਿੱਚ ਖਲੋਤੀਆਂ ਹੁੰਦੀਆਂ। ਉਹਨਾਂ ਚਾਟੀਆਂ ਉਲੇਰੀਆਂ ਹੁੰਦੀਆਂ ਤੇ ਅੱਖਾਂ ਮੇਰੇ ਪੈਰਾਂ ਦੇ ਉੱਤੇ ਜਮਾਈਆਂ ਹੁੰਦੀਆਂ, ਪਰ ਮੈਂ ਕਿਸੇ ਨੂੰ ਵੀ ਮੂੰਹ ਨਾ ਲਾਉਂਦਾ ਤੇ ਸਿੱਧਾ ਇੱਥੇ ਆ ਜਾਂਦਾ। ਮੇਰੀ ਤੇਜ਼ੀ ਇੰਨੀ ਸੀ ਕਿ ਜਦ ਮੈਂ ਦੌੜਨ ਦੇ ਲਈ ਭੱਜਦਾ, ਇੱਥੇ ਸ਼ੇਖੂਪੁਰਾ ਜਾਵਣ ਵਾਲੀ ਬੱਸ ਸਵਾਰੀਆਂ ਬਿਠਾ ਕੇ ਰਵਾਨਾ ਹੋਵਣ ਦੇ ਲਈ ਤਿਆਰ ਖਲੋਤੀ ਹੁੰਦੀ ਸੀ। ਮੈਂ ਪਰਤ ਕੇ ਆ ਜਾਂਦਾ ਸੀ ਤਾਂ ਬਸ ਅਜੇ ਤਿਆਰੀ ਹੀ ਪਈ ਫੜਨੀ ਹੁੰਦੀ ਸੀ ਉਹਨੇ। ਬੱਸ ਦਾ ਡਰਾਈਵਰ ਤੇ ਸਵਾਰੀਆਂ ਹੈਰਾਨ ਹੁੰਦੀਆਂ ਕਿ ਕੀ ਜਵਾਨੀ ਹੈ ਗੱਭਰੂ ਦੀ, ਇੰਨੀ ਛੇਤੀ ਤਾਂ ਕੋਈ ਜਿੰਨ ਵੀ ਨਹੀਂ ਪਰਤ ਸਕਦਾ ਵਾਪਸ। ਹਕੀਮ ਬਾਰੇ ਇੰਨੀਆਂ ਮਜ਼ੇਦਾਰ ਗੱਲਾਂ ਸੁਣ ਕੇ ਮੈਨੂੰ ਵੀ ਬੜਾ ਹਾਸਾ ਆਇਆ। ਉਸਤਾਦ ਜੀ ਹਕੀਮ ਬਾਰੇ ਗੱਲਾਂ ਸੁਣਾਈ ਜਾਂਦੇ ਸਨ, ਇੰਨੀਆਂ ਗੱਲਾਂ ਕਿ ਮੁੱਕਣ ਦੇ ਵਿੱਚ ਹੀ ਨਹੀਂ ਸਨ ਆ ਰਹੀਆਂ, ਇੱਕ ਤੋਂ ਦੂਜੀ ਤੇ ਦੂਜੀ ਤੋਂ ਤੀਜੀ ਵੱਧ। ਉਸਤਾਦ ਜੀ ਆਖਿਆ, ਸ਼ੇਖੂਪੁਰੀਆ ਜੇ ਤੂੰ ਕਹਾਣੀ ਲਿਖਣੀ ਹੈ ਤਾਂ ਇਹੋ ਜਿਹੇ ਬੰਦਿਆਂ ਦੀ ਭਾਲ ਕਰਿਆ ਕਰ, ਤੂੰ ਕਰੈਕਟਰ ਵੇਖਿਆ ਕਰ, ਬੜਾ ਸਵਾਦ ਮਿਲਦਾ ਹੈ, ਸਮਾਜ ਦੀ ਸਮਝ ਲੱਗਦੀ ਹੈ। ਵਾਹ ਉਸਤਾਦ ਜੀ ਵਾਹ, ਮੇਰੇ ਲਈ ਇਹ ਵੀ ਬਹੁਤ ਵਧੀਆ ਤੇ ਨਵੀਂ ਗੱਲ ਹੈ। ਕਿਤਾਬ ਲੱਭਣੀ ਭੁੱਲ ਕੇ ਅਸਾਂ ਫੇਰ ਹਕੀਮ ਜੀ ਦੀਆਂ ਗੱਲਾਂ ਕਰਨ ਲੱਗ ਪਏ। ਉਸਤਾਦ ਜੀ ਮੇਰੀ ਹਯਾਤੀ ਦੇ ਮੁੱਢਲੇ ਦਿਨਾਂ ਦੇ ਬਾਰੇ ਪੁੱਛਿਆ, ਤੇਰਾ ਪਿਛੋਕੜ ਕੈਸਾ ਲੰਘਿਆ ਹੈ? ਤੂੰ ਆਪਣੇ ਬਾਰੇ ਬਹੁਤ ਘੱਟ ਦੱਸਿਆ ਹੈ ਸ਼ੇਖੂਪੁਰੀਆ। ਮੇਰੀ ਹਯਾਤੀ? ਕਿਹੜੀ ਹਯਾਤੀ ਉਸਤਾਦ ਜੀ? ਮੈਂ ਆਖਿਆ, ਜਿੱਥੇ ਲੋਕਾਂ ਕਰੋੜਾਂ ਗਰੀਬਾਂ ਦੇ ਬਾਲ ਰੁਲਦੇ ਫਿਰਦੇ ਨੇ, ਉੱਥੇ ਮੈਂ ਵੀ ਇੰਜ ਦਾ ਇੱਕ ਬਾਲ ਸਾਂ। ਵੰਗ ਮੰਗੂ ਵੀ ਚਾਰਦਾ ਰਿਹਾ ਹੈ, ਜਿਹੜਾ ਵਗ ਮੰਗੂ ਵੀ ਚਾਰਦਾ ਰਿਹਾ ਤੇ ਵਾਹੀ ਫਾਡੀ ਵੀ ਕੀਤੀ ਹੈ। ਰਾਜਾ ਮਿਸਤਰੀਆਂ ਮਗਰ ਇੱਟਾਂ ਦਾ ਭਾਰ ਸਿਰ ਉੱਤੇ ਚੁੱਕ ਕੇ, ਰਾਜਾਂ ਲਿਖਣਿਆ ਰਾਜ ਮਿਸਤਰੀ ਜਿਹੜੇ ਹੁੰਦੇ ਸਨ, ਰਾਜ ਮਿਸਤਰੀਆਂ ਮਗਰ ਇੱਟਾਂ ਦਾ ਭਾਰ ਸਿਰ ਉੱਤੇ ਚੁੱਕ ਕੇ ਲੋਕਾਂ ਵਾਸਤੇ ਘਰ ਬਣਾਉਂਦਾ ਰਿਹਾ ਵਾਂ। ਦਿਹਾੜੀ ਦੱਪਾ ਤਾਂ ਅੱਜ ਵੀ ਕਰ ਰਿਹਾ ਵਾਂ। ਵਗ ਉੱਤੇ ਗੱਲ ਕਰਦਿਆਂ ਉਹਨਾਂ ਵਾਰਸ ਸ਼ਾਹ ਦੇ ਦੱਸੇ ਹੋਏ ਮੱਝਾਂ ਦੇ ਰੂਪ ਬਾਰੇ ਪੁੱਛਿਆ। ਮੀਣੀਆਂ, ਢੈਲੀਆਂ, ਢਿੱਡਲਾਂ, ਪੰਜ ਕਲਿਆਣੀਆਂ ਤੇ ਕਈ ਹੋਰ ਕਿਸਮਾਂ ਦੇ ਨਾਂ ਲੈ ਕੇ ਉਹਨਾਂ ਮੇਰੀ ਸਮਝ ਦੀ ਇਮਤਿਹਾਨ ਲਈ। ਮੇਰੂਆਂ ਦੀਆਂ ਕਿਸਮਾਂ, ਗੋਰੀਆਂ ਦੀਆਂ ਕਿਸਮਾਂ ਬਾਰੇ ਪੁੱਛਿਆ। ਪਰ ਮੇਰੇ ਲਈ ਇਹ ਹੋਰ ਵੀ ਅਚੰਭੇ ਵਾਲੀ ਗੱਲ ਸੀ ਕਿ ਉਸਤਾਦ ਜੀ ਪੇਂਡੂ ਰਹਿਤਲ ਤੇ ਢੋਰ ਡੰਗਰਾਂ ਬਾਰੇ ਮੈਥੋਂ ਜ਼ਿਆਦਾ ਜਾਣਕਾਰੀ ਰੱਖਦੇ ਸਨ। ਭੇਡਾਂ ਬੱਕਰੀਆਂ ਬਾਰੇ ਮੈਂ ਕੋਈ ਜ਼ਿਆਦਾ ਨਹੀਂ ਸਾਂ ਜਾਣਦਾ। ਉਹਨਾਂ ਦੇ ਪੁੱਛਣ ਉੱਤੇ ਮੈਂ ਸਾਫ਼ ਆਖ ਦਿੱਤਾ ਕਿ ਭੇਡਾਂ ਬੱਕਰੀਆਂ ਬਾਰੇ ਮੈਂ ਜ਼ਿਆਦਾ ਨਹੀਂ ਜਾਣਦਾ ਜੀ ਉਸਤਾਦ ਜੀ। ਉਹਨਾਂ ਆਪ ਭੇਡਾਂ ਬੱਕਰੀਆਂ ਬਾਰੇ ਮੈਨੂੰ ਜਾਣਕਾਰੀ ਦਿੱਤੀ, ਉਹਨਾਂ ਦੀਆਂ ਕਿਸਮਾਂ, ਰੰਗ, ਰੂਪ ਤੇ ਕਿਹੜੇ-ਕਿਹੜੇ ਇਲਾਕੇ ਦੇ ਵਿੱਚ ਹੁੰਦੀਆਂ ਦੱਸਿਆ। ਕਮਾਲ ਹੈ। ਮੈਂ ਸੋਚਦਾ ਇਹ ਬੰਦਾ ਸ਼ਹਿਰ ਦੇ ਵਿੱਚ ਹੁੰਦਿਆਂ ਹੋਇਆਂ ਵੀ ਮੈਥੋਂ ਜ਼ਿਆਦਾ ਪਿੰਡਾਂ ਦੀ ਰਹਿਤਲ ਨੂੰ ਜਾਣਦਾ ਤੇ ਸਮਝਦਾ ਹੈ। ਉਹਨਾਂ ਵਾਹੀ ਬੀਜੀ ਦੇ ਤਰੀਕੇ ਤੇ ਗੱਡ ਬਾਰੇ ਮੈਨੂੰ ਕਈ ਸਵਾਲ ਕੀਤੇ। ਇਹਨਾਂ ਕੰਮਾਂ ਦਾ ਮੈਂ ਡਾਢਾ ਜਾਣੂ ਸਾਂ। ਉਹਨਾਂ ਇੱਕ ਇੱਕ ਚੀਜ਼ ਦਾ ਨਾਂ ਲੈ ਕੇ ਪੁੱਛਿਆ
ਇਹ ਕਿਹੜੇ ਕੰਮ ਆਉਂਦੀਆਂ ਨੇ। ਮਸਲਨ ਗੱਡ ਦੀਆਂ ਛੈਆਂ, ਪੰਜ, ਪੰਜੀ ਤੇ ਹੋਰ ਜਿਵੇਂ ਜੋਤਰ, ਜੂਲਾ, ਅਰ, ਨਾਭ, ਮੁੰਨਾ, ਧਰ, ਪੜੈਲ ਦਾ ਕਲ, ਲਾਰ, ਘਾਸਾ, ਲਾਦੂ, ਉਲਾਰ, ਵਤਰ, ਉੜਨਾ, ਭੰਡਾਰੀ ਤੇ ਹੋਰ ਬਹੁਤ ਸਾਰੇ ਨਾਂ ਲਏ। ਮੇਰੇ ਲਈ ਇਹ ਉਲਝਣ ਕਿ ਉਸਤਾਦ ਜੀ ਇੰਨਾ ਕੁਝ ਜਾਣਦੇ ਨੇ। ਮੇਰੀ ਹੈਰਾਨੀ ਵੇਖ ਕੇ ਉਹਨਾਂ ਆਪ ਹੀ ਦੱਸਿਆ, ਸ਼ੇਖੂਪੁਰੀਆ, ਮੈਂ ਆਪ ਵੀ ਗੱਡ ਵਾਹੁੰਦਾ ਰਿਹਾ ਵਾਂ। ਬਾਗਬਾਨਪੁਰੇ ਤੋਂ ਅਕਬਰੀ ਮੰਡੀ ਤਿੱਕਰ ਮੈਂ ਗਾੜੀਆਂ ਦੇ ਨਾਲ ਆਮਦਾ ਜਾਮਦਾ ਸਾਂ ਤੇ ਕਦੇ ਗੱਡ ਉੱਤੇ ਦਿਹਾੜੀ ਵੀ ਲਾ ਲਿਆ ਕਰਦਾ ਸਾਂ। ਉਸਤਾਦ ਜੀ ਦੀ ਹਯਾਤੀ ਮੈਨੂੰ ਆਪਣੇ ਨੇੜੇ ਲੱਗੀ। ਮੈਨੂੰ ਹੋਰ ਵੀ ਦਿਲਚਸਪੀ ਪੈਦਾ ਹੋਈ ਕਿ ਇਹ ਇਲਮੋ ਦਾਨਸ਼ ਦੇ ਨਾਲ ਭਰਿਆ ਹੋਇਆ ਬੰਦਾ ਹੈ ਕੀ ਚੀਜ਼ ਯਾਰ। ਕਦੇ ਤਾਂ ਯਕੀਨ ਨਹੀਂ ਸੀ ਆਉਂਦਾ ਕਿ ਇਹਨਾਂ ਵੀ ਹਯਾਤੀ ਇੰਜ ਹੀ ਲੰਘਾਈ ਹੋਵੇਗੀ, ਪਰ ਭਾਂਡੇ ਤਾਂ ਸਾਰੇ ਮਿਲਦੇ ਸਨ। ਹੁਜਰੇ ਆਵਨ ਜਾਵਨ ਦੀ ਮੈਨੂੰ ਮਨਾਹੀ ਨਹੀਂ ਸੀ। ਕਦੀ ਕੋਈ ਨਵੀਂ ਗੱਲ ਤੇ ਕਦੀ ਕੋਈ ਹੋਰ ਨਹੀਂ ਨਵੀਂ ਗੱਲ। ਨਵੇਂ ਬੰਦੇ, ਨਵੇਂ ਖਿਆਲ ਸੁਣ ਕੇ ਮੈਨੂੰ ਤਾਂ ਦੁਨੀਆ ਹੋਰ ਦੀ ਹੋਰ ਜਾਪਦੀ ਸੀ। ਸਗੋਂ ਮੇਰੀਆਂ ਦਿਲਚਸਪੀਆਂ ਦੇ ਨਾਲ ਉਦਾਸੀਆਂ ਵੱਧ ਰਹੀਆਂ ਸਨ। ਜੀਵਨ ਦੀਆਂ ਔਕੜਾਂ ਤੋਂ ਜਰ ਕੇ ਤਾਇਆ ਫਕੀਰ ਹੋ ਗਿਆ ਹੋਇਆ ਸੀ। ਕੁਝ ਦਿਨ ਤਾਂ ਇੱਥੋਂ ਦੇ ਦਰਬਾਰਾਂ ਉੱਤੇ ਜਾ ਬੈਠਿਆ ਕਰਦਾ ਸੀ। ਇੱਥੋਂ ਦੇ ਜਾਣੂ ਲੋਕ ਮਖੌਲ ਕਰਿਆ ਕਰਦੇ, ਆਖਦੇ, ਸੋ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਏ। ਕੋਈ ਹਾਣੀ ਆਖਦਾ, ਭੀੜਾਂ ਤੋਂ ਨੱਸ ਪਿਆ ਏ। ਜਿਹੜੇ ਬਾਲ ਜੰਮ ਬੈਠਾ ਏ, ਇਹਨਾਂ ਦਾ ਵਾਰਿਸ ਕੌਣ ਹੀ। ਕੁਝ ਦਿਨ ਤਾਂ ਜਵਾਬ ਦੇ ਵਿੱਚ ਫਕੀਰ ਆਖਦਾ, ਅੱਲਾ ਵਾਰਿਸ ਹੈ। ਪਰ ਗੱਲ ਨਾ ਬਣਦੀ। ਲੋਕਾਂ ਦੇ ਤਾਨੇ ਵੱਧਦੇ ਜਾਂਦੇ। ਫਕੀਰ ਇਹ ਜੋ ਹੀ ਛੱਡ ਗਿਆ। ਪਤਾ ਨਹੀਂ ਔਲਿਆਈ ਦੀ ਭਾਲ ਦੇ ਵਿੱਚ ਕਿੱਥੇ ਫਿਰਿਆ ਤੇ ਕਿੱਥੇ ਮੱਥਾ ਟੇਕਿਆ। ਮਜ਼ਾਰਾਂ ਦੇ ਉੱਤੇ ਗੱਦੀ ਨਸ਼ੀਨਾਂ ਦੀ ਸੇਵਾ ਕੀਤੀ। ਪਹਿਲੇ ਤਾਂ ਤਾਈ ਜੁਦਾਈ ਕਾਰਨ ਰੋਇਆ ਕਰਦੀ ਸੀ, ਪਰ ਜਦ ਜਵਾਨ ਔਲਾਦ ਹੌਸਲਾ ਦਿੱਤਾ ਕਿ ਅੰਮਾ ਜੋ ਸਾਡਾ ਨਹੀਂ ਬਣਿਆ ਉਹਦੇ ਲਈ ਕਿਉਂ ਰੋਈਏ। ਔਲਾਦ ਦੇ ਗੁੱਸੇ ਦੇ ਕਾਰਨ ਤਾਈ ਛੁਪ ਕੇ ਲੁਕ ਕੇ ਰੋਇਆ ਕਰਦੀ ਸੀ। ਫਿਰ ਹੌਲੀ ਰੋਣਾ ਬੰਦ ਕਰਕੇ ਤਾਏ ਦੀ ਉਡੀਕ ਦੇ ਵਿੱਚ ਰਹਿੰਦੀ ਸੀ। 3 ਸਾਲਾਂ ਮਗਰੋਂ ਫਕੀਰ ਤਾਇਆ ਘਰ ਆਇਆ। 8-10 ਦਿਨ ਕਿਆਮ ਕੀਤਾ, ਫਿਰ ਕੂਚ ਕਰ ਗਿਆ। ਇੰਜ ਹੀ ਸਾਲ 6 ਮਹੀਨੇ ਮਗਰੋਂ ਇੱਕ ਅੱਧਾ ਫੇਰਾ ਘਰ ਪਾਇਆ ਕਰਦਾ ਸੀ। ਇੱਥੇ ਆ ਕੇ ਘਰੋਂ ਬਾਹਰ ਹੀ ਮੈਦਾਨ ਦੇ ਵਿੱਚ ਭੂਰੀ ਵਿਛਾ ਕੇ ਡੇਰਾ ਲਾ ਲੈਂਦਾ। ਲੋਹੇ ਦੀ ਖੁੰਡੀ ਭੋਏ ਦੇ ਵਿੱਚ ਗੱਡ ਕੇ ਖਲੀ ਕਰਦਾ, ਨਾਲ ਚੱਪੀ ਟੰਗ ਕੇ ਨਾਦ ਵਜਾਵਣ ਲੱਗ ਪੈਂਦਾ। ਸਾਡੇ ਵਾਸਤੇ ਫਕੀਰਾਂ ਨੂੰ ਵੇਖਣਾ ਕੋਈ ਨਵੀਂ ਗੱਲ ਨਹੀਂ ਸੀ। ਕਈ ਫਕੀਰ ਆਮਦੇ ਜਾਂਦੇ ਰਹਿੰਦੇ ਸਨ। ਤਾਇਆ ਫਕੀਰ ਹੋਇਆ ਤਾਂ ਸਾਡੇ ਲਈ ਮੌਜੂ ਬਣ ਗਿਆ। ਸਿਆਲ ਦੇ ਦਿਨਾਂ ਦੇ ਵਿੱਚ ਫਕੀਰ ਤਾਇਆ ਮੱਚ ਲਾਇਆ ਕਰਦਾ ਸੀ। ਮੱਚ ਵਾਸਤੇ ਬਾਲਣ ਸਾਡੇ ਘਰ ਦੇ ਵਿੱਚੋਂ ਹੀ ਮੰਗਵਾਉਂਦਾ ਸੀ। ਤਾਇਆ ਫਕੀਰ ਸਾਨੂੰ ਇੰਜ ਹੁਕਮ ਕਰਿਆ ਕਰਦਾ ਸੀ ਜਿਵੇਂ ਉਹ ਗੁਰੂ ਤੇ ਅਸਾਂ ਚੇਲੇ ਆ। ਮੱਚ ਦਿਵਾਲੇ ਅਸਾਂ ਵੀ ਬੈਠ ਜਾਂਦੇ। ਵੱਡੇ ਛੋਟੇ ਸਾਰੇ ਫਕੀਰ ਕੋਲ ਆ ਬੈਠਦੇ ਸਾਂ। ਫਕੀਰ ਤਾਇਆ ਫਕੀਰੀ ਲਹਿਜੇ ਦੇ ਵਿੱਚ ਆਪਣੀ ਔਲਿਆਈ ਬਾਰੇ ਦੱਸਦਾ ਕਿ ਬਸ ਅਮਰ ਹੋਵਣ ਵਾਲਾ ਹੈ। ਫਿਰ ਔਲਿਆਈ ਮਿਲੀ। ਔਲਿਆਈ ਦੀ ਜਿਹੜੀ ਸੀ ਉਮੀਦ ਦੇ ਵਿੱਚ ਸਗੋਂ ਯਕੀਨ ਦੇ ਵਿੱਚ ਤਾਏ ਦੀਆਂ ਅੱਖਾਂ ਦੇ ਵਿੱਚ ਚਮਕ ਆ ਜਾਂਦੀ, ਤਾਂ ਜੋ ਜੋਸ਼ ਦੇ ਵਿੱਚ ਆ ਕੇ ਯਾ ਅਲੀ ਦਾ ਨਾਰਾ ਮਾਰਦਾ। ਮੈਂ ਆਖਦਾ, ਰਹਿਣ ਦੇ ਤਾਇਆ, ਔਲਿਆਈ ਕੋਈ ਗੂੜੇ ਬੰਦਾ ਫੜੇ ਤੇ ਮੂੰਹ ਦੇ ਵਿੱਚ ਪਾ ਲਵੇ। ਔਲਿਆਈ ਹੁੰਦੀ ਕੀ ਹੈ? ਐਵੇਂ ਕੰਮਾਂ ਤੋਂ ਨੱਸੇ ਹੋਏ ਲੋਕ ਫਕੀਰ ਬਣੀ ਫਿਰਦੇ ਐ। ਮੇਰੀ ਇਸ ਗੱਲ ਦੇ ਉੱਤੇ ਫਕੀਰ ਤਾਇਆ ਜਲਾਲ ਦੇ ਵਿੱਚ ਆ ਜਾਂਦਾ। ਗਾਲ ਮੰਦਾ ਬੋਲਦਾ, ਓਏ ਗੋਗੀ, ਤੂੰ ਮੇਰੇ ਕਹਿਰ ਦੇ ਕੋਲੋਂ ਬਚ ਜਾ, ਚੰਗਾ ਰਹੇਗਾ। ਜਵਾਬ ਦੇ ਵਿੱਚ ਮੈਂ ਹੱਸ ਕੇ ਆਖਿਆ ਕਰਦਾ, ਆਹੋ ਤਾਇਆ, ਤੇਰਾ ਕਹਿਰ ਘਰ ਵਾਲਿਆਂ ਦੇ ਉੱਤੇ ਹੀ ਪੈਣਾ ਹੈ, ਬਾਹਰ ਵਾਲਿਆਂ ਤੇ ਨਹੀਂ ਪੈਣਾ। ਬਾਹਰ ਤੇਰਾ ਮੰਤਰ ਨਹੀਂ ਫਿਰਦਾ। ਮੇਰੇ ਇਸ ਮਖੌਲ ਦੇ ਉੱਤੇ, ਟਿਚਕਰ ਦੇ ਉੱਤੇ ਫਕੀਰ ਤਾਏ ਨੂੰ ਖਿੱਝ ਚੜ ਜਾਇਆ ਕਰਦੀ ਸੀ ਤੇ ਗੁੱਸੇ ਦੇ ਨਾਲ ਉਹ ਖੂੰਡੀ ਨੂੰ ਹੱਥ ਪਾ ਲੈਂਦਾ ਤੇ ਜਲਾਲ ਦੇ ਵਿੱਚ ਆ ਕੇ ਕੰਬਦਾ ਤੇ ਆਖਦਾ,
ਵਿਗੜੇ ਬੰਦੇ ਨੂੰ ਸਿੱਧਾ ਕਰਨ ਦੀ ਮੈਨੂੰ ਡਾਢੀ ਜਾਂਚ ਹੈ ਗੋਗੀ। ਇਹ ਜਿਹੜਾ ਤੂੰ ਕੁੱਤੇ ਦੀ ਪੂਛਲ ਵਾਂਗ ਡਿੰਗਾ ਡਿੰਗਾ ਰਹਿਣਾ ਹੈ ਨਾ, ਇੱਕ ਦਿਨ ਪਛਤਾਏਗਾ। ਮੇਰੇ ਮੂੰਹ ਨਾ ਲੱਗਿਆ ਕਰ ਤੂੰ। ਕੋਲ ਸੁਣਦੇ ਦੂਜੇ ਲੋਕ ਵੀ ਮੈਨੂੰ ਟੋਕਦੇ, ਬਾਜ ਆ ਜਾ ਗੋਗੀ, ਫਕੀਰ ਨੂੰ ਤੰਗ ਨਾ ਕਰਿਆ ਕਰ। ਫਕੀਰ ਸੱਤਾ ਪੀੜੀਆਂ ਤਿੱਕਰ ਮਾਰ ਕਰਦਾ ਹੈ। ਫਿਰ ਜਵਾਬ ਦੇ ਵਿੱਚ ਮੈਂ ਹੋਰ ਆਕੜ ਕੇ ਆਖਦਾ, ਕਿਹੜੀਆਂ ਸੱਤਾਂ ਪੀੜੀਆਂ? ਮੈਨੂੰ ਤਾਂ ਇੱਥੇ 21 ਪੀੜੀਆਂ ਦੇ ਵਿੱਚ ਕੋਈ ਔਲੀਆ ਹੀ ਨਜ਼ਰ ਨਹੀਂ ਆਉਂਦੀ। ਇੰਨੀ ਸਖਤ ਗੱਲ ਉੱਤੇ ਤਾਇਆ ਗੁੱਸੇ ਦੇ ਨਾਲ ਉੱਠ ਕੇ ਮੈਨੂੰ ਮਾਰਨ ਦੇ ਲਈ ਉਲਰਦਾ, ਪਰ ਮੈਂ ਪਰਾਂ ਹੋ ਜਾਂਦਾ। ਮੇਰੇ ਪਿੱਛੇ ਤਾਇਆ ਦੂਜੇ ਲੋਕਾਂ ਦੇ ਨਾਲ ਗੱਲਾਂ ਕਰਦਾ ਆਖਦਾ, ਇਹ ਸ਼ੈਤਾਨ ਦੀ ਟੂਟੀ ਸ਼ੁਰੂ ਤੋਂ ਹੀ ਨੁਕਤਾਚੀਨੀ ਕਰਦਾ ਰਹਿੰਦਾ ਹੈ। ਇਹ ਸਾਡੀ ਨਸਲ ਦੇ ਵਿੱਚ ਕੋਈ ਵੱਖਰਾ ਹੀ ਜੰਮ ਪਿਆ ਹੈ। ਜਿੰਨੇ ਦਿਨ ਤਾਇਆ ਰਹਿੰਦਾ, ਤਾਈ ਖਿਦਮਤ ਦੇ ਵਿੱਚ ਲੱਗੀ ਰਹਿੰਦੀ। ਸਾਲ 6 ਮਹੀਨੇ ਮਗਰੋਂ ਤਾਇਆ ਰੋਜ਼ਾ ਖੋਲ੍ਹਦਾ ਤਾਂ ਕੁਝ ਚਮਕਦਾ ਮਾਲੂਮ ਹੁੰਦਾ। ਕੁਝ ਦਿਨ ਮਗਰੋਂ ਜਦ ਤਾਇਆ ਅਗਲੇ ਸਫ਼ਰ ਦੇ ਲਈ ਤਿਆਰੀ ਕਰਦਾ ਤਾਂ ਜਾਂਦੇ ਵੇਲੇ ਰਾਹ ਦੇ ਵਿੱਚ ਰੋਕ ਕੇ 5 ਦਾ ਨੋਟ ਦੇ ਕੇ ਆਖਦਾ, ਲੈ ਤਾਇਆ, ਨਿਆਜ਼ ਲੈ ਜਾ। ਤੇਰੀ ਸਾਰੀ ਔਲਿਆਈ 1 ਰੁਪਏ ਦਾ ਨੋਟ ਨਹੀਂ ਕੱਢ ਸਕਦੀ। 5 ਦਾ ਨੋਟ ਫੜਨ ਵੇਲੇ ਤਾਇਆ ਮੁਸਕਰਾ ਪੈਂਦਾ ਸੀ। ਆਖਦਾ, ਗੋਗੀ, ਕੋਈ ਨੇਕ ਕੰਮ ਕਰ ਲਿਆ ਕਰ। ਕੀ ਹਰ ਵੇਲੇ ਫਕੀਰਾਂ ਦੇ ਮਗਰ ਪਿਆ ਰਹਿਣਾ ਹੈ? ਬਜ਼ੁਰਗਾਂ ਦੇ ਕੋਲੋਂ ਦੁਆਵਾਂ ਲਿਆ ਕਰ। ਇਹ ਨੇਕੀ ਨਹੀਂ ਤਾਇਆ, ਮੈਂ ਆਪਣੀ ਕਮਾਈ ਦੇ ਵਿੱਚੋਂ ਅੱਲਾ ਦੇ ਸਾਧਵਾਂ ਦੀ ਸੇਵਾ ਪਿਆ ਕਰਨਾ ਵਾ। ਨੇਕੀ ਇਹ ਨੇਕੀ, ਤਾਇਆ ਆਖਦਾ। ਅੱਲਾ ਇਹਦਾ ਅਜ਼ਰ ਦੇਵੇਗਾ, ਪਰ ਮੂੰਹੋਂ ਵੀ ਮੰਦਾ ਨਾ ਬੋਲਿਆ ਕਰ। ਠੀਕ ਹੈ ਤਾਇਆ, ਮੈਂ ਮੂੰਹੋਂ ਮੰਦਾ ਨਹੀਂ ਬੋਲਿਆ ਕਰਾਂਗਾ। ਮੇਰਾ 5 ਦਾ ਨੋਟ ਵਾਪਸ ਮੋੜ ਦੇ ਤੇ ਮੰਦਾ ਨਾ ਬੋਲਣ ਵਾਸਤੇ ਮੈਨੂੰ ਕੁਝ ਪੱਲਿਓਂ ਦੇ। ਮੇਰੀ ਗੱਲ ਸੁਣ ਕੇ ਜਾਂਦਾ ਜਾਂਦਾ ਤਾਇਆ ਖਲੋ ਜਾਂਦਾ ਤੇ ਮੇਰੇ ਵੱਲ ਵੇਖ ਕੇ ਮੁਸਕਰਾਉਂਦਾ ਤੇ ਆਖਦਾ, ਕੋਈ ਹੋਰ ਟਿਚਕਰ ਕਰਨੀ ਹੈ ਚਾਹਨਾ? ਇਹ ਗੋਗੀ ਤਾਂ ਕਰ ਲੈ ਹੁਣੇ। ਨਹੀਂ ਜੀ ਨਹੀਂ ਫਕੀਰ ਜੀ, ਮੈਂ ਤੇ ਦੱਸਣਾ ਚਾਹਨਾ ਵਾਂ ਕਿ ਮੈਂ ਕਾਫਰ ਵੀ ਵੇਖ ਲਏ ਨੇ ਤੇ ਮੱਕਿਓਂ ਪਰਾਂ ਰਹਿਣ ਵਾਲੇ ਬੱਦੂ ਵੀ ਦੇਖ ਲਏ ਆ। ਮੈਂ ਤਾਏ ਦੇ ਨਾਲ ਟੁਰਦਿਆਂ ਹੋਇਆਂ ਆਖਿਆ। ਤਾਏ ਦੇ ਹੱਥਾਂ ਤੇ ਪੈਰਾਂ ਦੇ ਵਿੱਚ ਲੋਹੇ ਦੇ ਕੜੇ ਛਣਕ ਰਹੇ ਸਨ। ਇੱਕ ਮੋਢੇ ਦੇ ਨਾਲ ਕੱਛ ਦੇ ਕੋਲ ਲਮਕ ਰਿਹਾ ਸੀ ਤੇ ਦੂਜੇ ਮੋਢੇ ਦੇ ਨਾਲ ਨਾਦ। ਹੱਥ ਦੇ ਵਿੱਚ ਲੋਹੇ ਦੀ ਖੂੰਡੀ ਤੇ ਖੂੰਡੀ ਨੂੰ ਛੱਲੇ ਵੀ ਲੋਹੇ ਦੇ ਚਾੜੇ ਹੋਏ ਸਨ। ਸਾਰੇ ਕੜੇ ਤੇ ਛੱਲੇ ਇੱਕ ਤਾਲ ਦੇ ਨਾਲ ਛਣਕਾਵਨ ਦਾ ਵੱਲ ਤਾਏ ਨੂੰ ਆ ਗਿਆ ਹੋਇਆ ਸੀ। ਸਗੋਂ ਇਸ ਛਣ ਦੀ ਲਹਿ ਦੇ ਉੱਤੇ ਮਸਤ ਰਹਿਣਾ ਵੀ ਸਿੱਖ ਲਿਆ ਹੋਇਆ ਸੀ ਤਾਏ ਨੇ। ਇਸ ਲੋੜ ਦੇ ਵਿੱਚ ਹੀ ਬਹੁਤਾ ਸਾਰਾ ਪੰਧ ਪੈਦਲ ਹੀ ਕਰ ਲਿਆ ਕਰਦਾ ਸੀ ਉਹ। ਮੇਰੀ ਗੱਲ ਕਿ ਮੈਂ ਕਾਫਰ ਵੇਖ ਲਏ ਨੇ, ਮੱਕਿਓਂ ਪਰਾਂ ਦੇ ਬੱਦੂ ਵੀ ਦੇਖ ਲਏ ਐ। ਸੁਣ ਕੇ ਤਾਇਆ ਉਹਨਾਂ ਪੈਰਾਂ ਉੱਤੇ ਹੀ ਖਲੋ ਗਿਆ। ਕੀ ਆਖਿਆ ਈ ਗੋਗੀ? ਫੇਰ ਆਖੇ ਨਾ। ਮੈਂ ਥੋੜੇ ਜਿਹੀ ਵਿੱਥ ਰੱਖ ਕੇ ਖਲੋਤਾ ਸਾਂ। ਮੈਨੂੰ ਮਾਲੂਮ ਸੀ ਕਿ ਤਾਇਆ ਕਿਸੇ ਵਕਤ ਜਲਾਲ ਦੇ ਵਿੱਚ ਆ ਕੇ ਮੇਰੇ ਉੱਤੇ ਲੋਹੇ ਦੀ ਖੂੰਡੀ ਦੇ ਨਾਲ ਵਾਰ ਕਰ ਸਕਦਾ ਹੈ, ਪਰ ਖੋਰੇ ਕਿਉਂ ਮੈਨੂੰ ਤਾਏ ਨੂੰ ਤੰਗ ਕਰਕੇ ਖੁਸ਼ੀ ਹੋਇਆ ਕਰਦੀ ਸੀ। ਕਈ ਵਾਰ ਮੈਂ ਆਪਣੇ ਆਪ ਨੂੰ ਮਨਾ ਰੱਖਣ ਦਾ ਯਤਨ ਕਰਦਾ ਸਾਂ, ਪਰ ਹਰ ਵਾਰ ਮੈਥੋਂ ਮੇਰਾ ਆਪਣਾ ਆਪ ਮੇਰੇ ਵੱਸ ਦੇ ਵਿੱਚ ਨਾ ਰਹਿੰਦਾ। ਸਿੰਘ ਫਸਾ ਹੀ ਲੈਂਦਾ ਸਾਂ। ਸਿੰਘਾਂ ਦੇ ਵਿੱਚ ਸਿੰਘ ਫਸਾ ਦੇਣਾ ਖੋਰੇ ਮੇਰੇ ਲਈ ਸਵਾਦਲਾ ਅਮਲ ਸੀ, ਪਰ ਬਾਅਦ ਦੇ ਵਿੱਚ ਅਫਸੋਸ ਕਰਦਾ ਸਾਂ ਜਦ ਤਾਏ ਆਖਿਆ, ਕੀ ਆਖਿਆ ਈ ਗੋਗੀ? ਫਿਰ ਆਖੀ ਨਾ। ਜਵਾਬ ਦੇ ਵਿੱਚ ਮੈਂ ਆਖਿਆ, ਤਾਇਆ ਜੀ, ਮੈਂ ਉਹ ਜਿੰਨ ਵੀ ਵੇਖ ਲਿਆ ਏ ਜਿਹੜਾ ਸ਼ਹਿਜ਼ਾਦੀ ਨੂੰ ਚੁੱਕ ਕੇ ਲੈ ਜਾਂਦਾ ਹੈ। ਫਿਰ ਉਹ ਸ਼ਹਿਜ਼ਾਦੀ ਵੀ। ਮੈਨੂੰ ਇਹ ਵੀ ਸਮਝ ਆ ਗਈ ਹੈ ਕਿ ਮਾਂ ਸੌਗੰਧ ਕੀ ਹੁੰਦਾ ਹੈ। ਨਾਲੇ ਦਿਓ ਨੂੰ ਆਦਮਬੂ ਕਿਉਂ ਆਮਦੀ ਹੈ। ਮੈਂ ਇੱਕੋ ਵਾਰ ਸਭ ਕੁਝ ਤਾਏ ਨੂੰ ਯਾਦ ਕਰਵਾ ਰਿਹਾ ਸਾਂ। ਫਕੀਰ ਤਾਏ ਦੇ ਚਿਹਰੇ ਦੇ ਉੱਤੇ ਬਦਲਦੇ ਹਾਵ ਭਾਵ ਰੰਗਾਂ ਤੋਂ ਮਾਲੂਮ ਹੋ ਰਿਹਾ ਸੀ ਕਿ ਮੇਰੀ ਗੱਲ ਪਸੰਦ ਨਹੀਂ ਆ ਰਹੀ ਉਹਨੂੰ। ਬਾਲ ਪੁਣੇ ਦੀਆਂ ਝਾੜਾਂ ਦਾ ਬਦਲਾ ਖੋਰੇ ਮੈਂ ਹੁਣ ਲੈ ਰਿਹਾ ਸਾਂ, ਜਿਹਨੂੰ ਤਾਇਆ ਵੀ ਸਮਝ ਰਿਹਾ ਸੀ। ਉਸ ਨੌਕਰਸ਼ਾਹੀ ਹੁਕਮ ਦਿੱਤਾ, ਜਾ ਹੁਣ ਚਲਿਆ ਜਾ ਗੋਗੀ, ਮੈਥੋਂ ਫੰਡ ਖਾਏਗਾ। ਫਿਰ
मैं भी समझ गया कि ताया हुण सचमुच अक गया है। पिछे हटद्या होया सलाम कीता ते ताए दे कड़े दी छणकार दे विच रवाना हो गया। ताए दे जावन मगरों साडे कुनबे वाले कई दिन ताए दी फकीरी ते ओलियाई बारे गल्लां करदे रहिंदे सन, पर एक गल उत्ते सारे मुतफीक सन कि ताए फकीर हो के भी अजे अपनी मैं नहीं सी मारी। ਉਹੀ ਆਕੜ ਤੇ ਧੌਂਸ ਵਾਲਾ ਸੁਭਾਅ ਅੱਗੇ ਦੇ ਨਾਲੋਂ ਵੀ ਬਹੁਤਾ ਸੀ ਤੇ ਤਾਏ ਦੇ ਅੰਦਰ ਕੋਈ ਮੱਚਦੀ ਅੱਗ ਜਾਪਦੀ ਸੀ। ਹੁਜਰੇ ਵਾਲੇ ਦਰਵੇਸ਼ ਨੂੰ ਮੈਂ ਕਦੀ ਉਸਤਾਦ ਜੀ ਕਹਿ ਕੇ ਸਲਾਮ ਕਰਦਾ ਤੇ ਕਦੀ ਗੁਰੂ ਜੀ ਕਹਿ ਕੇ, ਪਰ ਜਦ ਕਦੇ ਪੀਰ ਮੁਰਸ਼ਦ ਆਖਦਾ ਤਾਂ ਨਾਰਾਜ਼ ਹੋ ਕੇ ਆਖਦੇ ਸ਼ੇਖੂਪੁਰੀਆ। ਸ਼ੇਖੂਪੁਰੀਆ ਪੀਰ ਮੁਰਸ਼ਦ ਸ਼ਬਦਾਂ ਦੇ ਵਿੱਚੋਂ ਮੈਨੂੰ ਕਰਾਹਤ ਆਉਂਦੀ ਹੈ। ਮੇਰੇ ਸਾਹਮਣੇ ਇਹ ਲਫ਼ਜ਼ ਨਾ ਬੋਲਿਆ ਕਰ। पर जद भुल भुलेखे मेरे मूहों निकल जाता पीर मुरशद तां बहुत गुस्सा करदे, मैनू माफ़ी मंगनी पैंदी। मैं अपनी सफाई दे विच आखदा भुल होई जी उस्ताद जी, मेरे मूहों निकल गया है, मेरी नीयत नहीं सी जी। वो फिर आखदे मैनू कोई छुरी मार लवे तां सी ना कर सां, पर पीर मुरशद लफ्ज़ां दे नाल मैनू दुख होंदा है। हुजरे दे विच हर किस्म दे लोग आमदे, हर एक दे मजाज ते सुभाਅ दे मुताबक गल करन दा उन्हां नूं वल आउंदा सी। टांगे वाला, छाबड़ी वाला, स्कूलिया, वकील, प्रोफैसर, मजदूर, सियासतदान ते होर जो कोई भी आ के बैठदा सी इस दरवेश नूं अपने वर्गा ही समझदा सी ते अपने वर्गा ही जाणदा सी। उन्हां एक दिन अपनी जवानी दे यार हुसैने टांगे वाले बारे एक गल सुनाई। इस किस्म दीयां गल्लां सैर वेले बाहर मंटो पार्क जां दरिया दे कंढे सुनाया करदे सन। सैर दे उत्ते ਉਹ ਸਵੇਰ ਨੂੰ ਵੀ ਜਾਇਆ ਕਰਦੇ ਸਨ, ਪਰ ਮੇਰੇ ਨਾਲ ਸ਼ਾਮ ਨੂੰ ਬਾਹਰ ਨਿਕਲਦੇ ਸਨ। ਰਾਹ ਦੇ ਵਿੱਚ ਤੇ ਪਾਰਕ ਦੇ ਵਿੱਚ ਮੈਥੋਂ ਮੇਰੇ ਬਾਰੇ ਕੁਝ ਆਪਣੇ ਬਾਰੇ ਗੱਲਾਂ ਕਰਦੇ ਜਾਂਦੇ ਸਨ। ਹੁਸੈਨ ਬਾਰੇ ਉਹਨਾਂ ਆਖਿਆ ਕਿ ਉਹ ਮੇਰਾ ਜਵਾਨੀ ਦਾ ਯਾਰ ਸੀ, ਟਾਂਗਾ ਬਾਂਦਾ ਸੀ। ਹੁਸੈਨਾ ਗਰੀਬ ਹੋਵਨ ਦੇ ਬਾਵਜੂਦ ਜੀਵਾਰ, ਜਿਗਰੀ ਤੇ ਸਮਝਦਾਰ ਕਿਸਮ ਦਾ ਯਾਰ ਸੀ ਉਹ ਮੇਰਾ। ਜਦ ਵੀ ਕਦੇ ਭੀੜ ਪਈ ਉਸ ਮਰਦਾਂ ਵਾਂਗ ਮੇਰਾ ਸਾਥ ਦਿੱਤਾ। ਮੇਰੇ ਉੱਤੇ ਖਰਚ ਕਰਨ ਤੋਂ ਨਹੀਂ ਸੀ ਘਬਰਾਇਆ ਕਰਦਾ। ਮੇਰਾ ਜਦ ਵੀ ਦਾ ਫਿਰਦਾ ਮੈਂ ਵੀ ਸਭ ਕੁਝ ਉਹਦੇ ਉੱਤੋਂ ਵਾਰ ਦਿੰਦਾ ਸਾਂ। ਦਾ ਫਿਰਨ ਦਾ ਮਤਲਬ ਹੋਇਆ ਤੁਹਾਨੂੰ ਜੂਏ ਬਾਰੇ ਵੀ ਇਲਮ ਹੈ? ਮੈਂ ਗੱਲਾਂ ਦੇ ਵਿੱਚ ਗੱਲ ਵਲਾ ਕੇ ਆਖ ਦਿੱਤਾ। ਉਹਨਾਂ ਆਖਿਆ ਮੈਂ ਜੂਆ ਖੇਡਦਾ ਰਿਹਾ ਵਾਂ। ਮੇਰਾ ਪਿਓ ਵੀ ਜੂਆ ਖੇਡ ਲੈਂਦਾ ਸੀ ਤੇ ਮੇਰਾ ਚਾਚਾ ਵੀ। ਉਹਨਾਂ ਦੇ ਕੋਲੋਂ ਮੈਨੂੰ ਸ਼ਰਾਬ ਤੇ ਜੂਏ ਦੀ ਲੱਤ ਪਈ ਸੀ। ਸ਼ੇਖੂਪੁਰੀਆ, ਕੁਝ ਗੱਲਾਂ ਬੰਦੇ ਦੇ ਵੱਸ ਦੇ ਵਿੱਚ ਨਹੀਂ ਹੁੰਦੀਆਂ ਯਾਰ। ਜਿਵੇਂ ਮੇਰਾ ਇੱਕ ਸ਼ੇਰ ਹੈ ਨਾ, ਕੁਝ ਗੱਲਾਂ ਤਾਂ ਮੈਂ ਨਹੀਂ ਕਹੀਆਂ ਪਰ ਉਹ ਗੱਲ ਮੇਰੇ ਤੇ ਪਈਆਂ। ਕੁਝ ਗੱਲਾਂ ਤਾਂ ਮੈਂ ਨਹੀਂ ਕਹੀਆਂ ਪਰ ਉਹ ਗੱਲ ਮੇਰੇ ਤੇ ਪਈਆਂ। ਇੰਜ ਹੀ ਕੁਝ ਆਦਤਾਂ ਮੈਨੂੰ ਵਿਰਸੇ ਵਿੱਚ ਮਿਲ ਗਈਆਂ। ਫਿਰ ਜਵਾਨੀ ਵੇਲੇ ਮੈਨੂੰ ਕੁਝ ਪੈਸੇ ਵੀ ਲੱਭਣ ਲੱਗ ਪਏ। ਪੈਸੇ ਦੀ ਮੈਂ ਕਦੇ ਇੱਜ਼ਤ ਨਹੀਂ ਸੀ ਕੀਤੀ ਤੇ ਨਾ ਹੀ ਹੁਣ। ਮੈਂ ਪੈਸੇ ਦੇ ਨਾਲ ਪਿਆਰ ਕਰਨਾ ਵਾਂ। ਪੈਸਾ ਆਮਦਾ ਕਿੱਥੋਂ ਸੀ? ਮੇਰਾ ਸਵਾਲ ਚੱਲ ਪੁਣਾ ਸੀ, ਪਰ ਮੈਂ ਕਰ ਦਿੱਤਾ। ਅੰਦਰੋਂ ਅੰਦਰ ਡਰ ਵੀ ਰਿਹਾ ਸੀ ਕਿ ਉਸਤਾਦ ਗੁੱਸੇ ਹੀ ਨਾ ਹੋ ਜਾਵੇ। ਪੈਸੇ ਮੁਸ਼ਾਇਰੇ ਰਾਹੀਂ ਆਮਦੇ ਸਨ। ਕਾਂਗਰਸ ਦਾ ਮੈਂ ਸ਼ਾਇਰ ਸਾਂ। 47 ਤੋਂ ਪਹਿਲਾਂ ਦੀ ਗੱਲ ਹੈ। ਪੂਰੇ ਬਰੇ ਸਗੀਰ ਜਾਣੀ ਕਿ ਉਪ ਮਹਾਦੀਪ ਵਿੱਚ ਮੁਸ਼ਾਇਰੇ ਆਮ ਹੁੰਦੇ ਸਨ। ਖਾਸ ਕਰਕੇ ਪੰਜਾਬ ਦੇ ਵਿੱਚ ਬਹੁਤ ਹੀ ਮੁਸ਼ਾਇਰੇ ਹੁੰਦੇ। ਮੁਸ਼ਾਇਰਾ ਮਜ਼ਹਬੀ ਹੋਵੇ ਜਾਂ ਸਿਆਸੀ, ਮੈਨੂੰ ਬੁਲਾਇਆ ਜ਼ਰੂਰ ਜਾਂਦਾ ਸੀ। ਉਸ 'ਚ ਸਿੱਖਾਂ ਦੇ ਮਜ਼ਹਬੀ ਮੁਸ਼ਾਇਰਿਆਂ ਦੇ ਉੱਤੇ ਤਾਂ ਸਿੱਖ ਮਰਦ ਔਰਤਾਂ ਬਹੁਤ ਪੈਸੇ ਦਿੰਦੇ ਸਨ। ਬਹੁਤ ਕੁਝ ਸ਼ਾਇਰ ਨੂੰ ਲੱਭ ਪੈਂਦਾ ਸੀ। ਸਿੱਖ ਔਰਤਾਂ ਕੋਠਿਆਂ ਉੱਤੋਂ ਥੈਲੀਆਂ ਲਮਕਾ ਦਿੰਦੀਆਂ ਸਨ। ਉਹਨਾਂ ਥੈਲੀਆਂ ਦੇ ਵਿੱਚ ਪੈਸੇ ਹੁੰਦੇ ਸੀ। ਕੋਈ ਔਰਤ ਅਕੀਦਤ ਦੇ ਨਾਲ ਟੁੰਮ ਛੱਲਾ ਵੀ ਥੈਲੀ ਦੇ ਵਿੱਚ ਘੱਲ ਦਿੰਦੀ ਸੀ। ਉਹ ਲੋਕ ਦਾਨ ਬਹੁਤ ਕਰਦੇ ਸਨ। ਇੱਕ ਵਾਰ ਮੁਸ਼ਾਇਰਿਆਂ ਦਾ ਮੌਸਮ ਆਇਆ। ਬਹੁਤ ਸਾਰੇ ਮੁਸ਼ਾਇਰਿਆਂ ਦੇ ਵਿੱਚ ਜਿਹੜਾ ਸੀ ਪੜ੍ਹਨ ਦਾ ਮੈਨੂੰ ਸੱਦਾ ਮਿਲਿਆ। ਮੈਂ ਆਪਣੇ ਯਾਰ ਹੁਸੈਨੇ ਟਾਂਗੇ ਵਾਲੇ ਨੂੰ ਆਖਿਆ, ਚੱਲ ਓਏ ਬੇਲੀਆ ਟਾਂਗਾ ਜੋ। ਉਸ ਨਾਂ ਪੁੱਛਿਆ ਤੇ ਕਿੱਥੇ ਜਾਣਾ ਹੈ? ਟਾਂਗਾ ਜੋਇਆ। ਅਸੀਂ ਅੰਮ੍ਰਿਤਸਰ ਨੂੰ ਟੁਰ ਪਏ।
ਅਜੇ ਮੁਸ਼ਾਇਰੇ ਸ਼ੁਰੂ ਹੋਵਣ ਦੇ ਵਿੱਚ 2-4 ਦਿਨ ਰਹਿੰਦੇ ਸਨ। ਅਸਾਂ ਅੰਮ੍ਰਿਤਸਰ ਦੇ ਵਿੱਚ ਜੂਆ ਖੇਡਣ ਬਹਿ ਗਏ। ਜੋ ਕੁਝ ਪੱਲੇ ਸੀ ਸਭ ਹਾਰ ਗਏ। ਮੈਂ ਟਾਂਗਾ ਖੜੋ ਵੇਚ ਕੇ ਕੁਝ ਖਾਦਾ ਪੀਤਾ ਤੇ ਬਾਕੀ ਫਿਰ ਜੂਆ ਖੇਡ ਲਿਆ। ਪੱਲਿਓਂ ਬਿਲਕੁਲ ਖਾਲੀ ਹੋ ਗਏ ਸਾਂ। ਪਰ ਕੁਰਬਾਨ ਜਾਈਏ ਹੁਸੈਨ ਯਾਰ ਦੇ। ਉਸ ਟਾਂਗੇ ਘੋੜੇ ਦੇ ਜਾਇਆ ਹੋਵਨ ਤੇ ਇਹੋ ਹੀ ਨਹੀਂ ਕਿ ਕੋਈ ਅਫਸੋਸ ਨਾ ਕੀਤਾ, ਸਗੋਂ ਮੈਨੂੰ ਤਸੱਲੀਆਂ ਦਿੰਦਾ ਰਿਹਾ। ਮੈਨੂੰ ਬੜਾ ਦੁੱਖ ਸੀ ਕਿ ਗਰੀਬ ਦਾ ਟਾਂਗਾ ਘੋੜਾ ਮੇਰੀ ਹਿਮਾਕਤ ਦੇ ਨਾਲ ਵਿਕ ਗਿਆ ਹੈ, ਪਰ ਉਹਦੇ ਦਿਲ ਦੇ ਉੱਤੇ ਕੋਈ ਝਰੀਟ ਵੀ ਨਾ ਆਈ। ਉਹ ਇੰਝ ਹੀ ਮੇਰੇ ਨਾਲ ਰਿਹਾ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਮੈਂ ਵੀ ਤੇ ਫਿਰ ਹਰ ਨਿੱਕਾ ਵੱਡਾ ਮੁਸ਼ਾਇਰਾ ਪੜ੍ਹਿਆ। ਮੁਸ਼ਾਇਰੇ ਪੜ੍ਹਨ ਦੇ ਨਾਲ ਇੰਨੀ ਕਮਾਈ ਹੋ ਗਈ ਕਿ ਪਹਿਲੋਂ ਨਾਲੋਂ ਵਧੀਆ ਟਾਂਗਾ ਘੋੜਾ ਖਰੀਦ ਕੇ ਲੈ ਆਏ। ਮੇਰੇ ਗੱਲ ਕਰਨ ਦਾ ਮਤਲਬ ਇਹ ਹੈ ਕਿ ਉਸ ਵੇਲੇ ਸ਼ਾਇਰ ਨੂੰ ਰੋਟੀ ਲੱਭ ਜਾਂਦੀ ਸੀ, ਪਰ ਹੁਣ ਨਹੀਂ ਲੱਭਦੀ। ਹੁਣ ਤਾਂ ਸ਼ਾਇਰ ਹੋਣਾ ਹੀ ਵੱਡੇ ਹੌਸਲੇ ਦਾ ਕੰਮ ਹੈ। ਇੱਥੇ ਸ਼ੇਰੋ ਅਦਬ ਦੀ ਕੋਈ ਕਦਰ ਨਹੀਂ ਕਰਦਾ, ਸਗੋਂ ਸ਼ਾਇਰ ਨੂੰ ਸਮਾਜ ਦੇ ਵਿੱਚ ਫਜ਼ੂਲ ਤੇ ਨਿਕੰਮਾ ਬੰਦਾ ਸਮਝਿਆ ਜਾਂਦਾ ਹੈ। ਪਾਕਿਸਤਾਨ ਬਣਨ ਮਗਰੋਂ ਮੇਰੇ ਉੱਤੇ ਰਿਜ਼ਕ ਦੇ ਦਰਵਾਜ਼ੇ ਬੰਦ ਹੋ ਗਏ ਸਨ। ਮੇਰਾ ਪਾਸਪੋਰਟ ਜ਼ਬਤ ਕਰ ਲਿਆ ਗਿਆ। ਮੇਰੀ ਦੁਕਾਨ ਨੂੰ ਅੱਗ ਲਾ ਦਿੱਤੀ ਗਈ। ਕਾਂਗਰਸ ਜਮਾਤ ਦੇ ਨਾਲ ਰਲ ਕੇ ਆਜ਼ਾਦੀ ਦੀ ਲੜਾਈ ਲੜਨ ਵਜੋਂ ਮੇਰੇ ਉੱਤੇ ਗਦਾਰ ਵਤਨ ਦਾ ਠੱਪਾ ਲਾ ਦਿੱਤਾ ਗਿਆ। ਦੁਕਾਨ ਦੇ ਵਿੱਚ ਕਿਤਾਬਾਂ ਦੇ ਨਾਲ ਮੇਰਾ ਕਲਾਮ ਤੇ ਹੀਰ ਰਾਂਝਾ ਦਾ ਉਹ ਮਸੌਦਾ ਜਿਹੜਾ ਸੀ ਉਹ ਵੀ ਸਾੜ ਦਿੱਤਾ ਗਿਆ, ਜੋ ਮੈਂ ਕੁਝ ਸੱਜਣਾ ਦੇ ਕਹਿਣ ਦੇ ਉੱਤੇ ਲਿਖ ਰਿਹਾ ਸਾਂ। ਪਾਕਿਸਤਾਨ ਵੱਲੋਂ ਇਹ ਪਹਿਲੀ ਸਜ਼ਾ ਮਿਲੀ ਸੀ ਮੈਨੂੰ। ਮੇਰਾ ਬਹੁਤ ਸਾਰਾ ਕਲਾਮ ਵੀ ਸੜ ਗਿਆ ਤੇ ਨਾਲ ਹੀ ਉਹ ਕਲਾਮ ਜਿਹੜਾ ਮੈਂ ਸਿੱਖਾਂ ਦੇ ਮਜ਼ਹਬੀ ਮੁਸ਼ਾਇਰਿਆਂ ਦੇ ਵਿੱਚ ਪੜ੍ਹਦਾ ਸਾਂ। ਫਿਰ ਮੈਂ ਇੱਥੋਂ ਜਾਨ ਬਚਾ ਕੇ ਕਰਾਚੀ ਚਲਿਆ ਗਿਆ। ਲਾਹੌਰ ਬਹੁਤ ਯਾਦ ਆਉਂਦਾ ਸੀ ਮੈਨੂੰ, ਪਰ ਕੀ ਕਰਦਾ, ਉਸਤਾਦ ਦੀਆਂ ਅੱਖਾਂ ਦੇ ਵਿੱਚ ਅਥਰੂ ਆ ਗਏ ਸਨ। ਕੁਝ ਦਿਨ ਕਰਾਚੀ ਦੇ ਫੁੱਟਪਾਥਾਂ ਤੇ ਬੂਟ ਪਾਲਿਸ਼ ਕਰਦਾ ਰਿਹਾ ਸਾਂ ਮੈਂ। ਫਿਰ ਇੱਕ ਫਿਲਮ ਸਾਜ਼ ਨਕਸ਼ਬ ਦੇ ਨਾਲ ਰਹਿ ਪਿਆ। ਮੈਂ ਉਹਦੀ ਮੁਲਾਜ਼ਮਤ ਕਰ ਲਈ, ਪਰ ਉਹ ਬੜਾ ਬਦਤਮੀਜ਼ ਤੇ ਮਗਰੂਰ ਭਈਆ ਸੀ। ਉਹਦੀਆਂ ਜਿਹੜੀਆਂ ਫਿਲਮਾਂ ਹਿੰਦੁਸਤਾਨ ਦੇ ਵਿੱਚ ਰਹਿ ਗਈਆਂ ਸਨ, ਮੈਂ ਉਹ ਲਾਂਚ ਦੇ ਜ਼ਰੀਏ ਸਮਗਲ ਕਰਕੇ ਲੈ ਆਇਆ ਸਾਂ। ਇਸ ਗੱਲੋਂ ਉਹ ਮੇਰੇ ਉੱਤੇ ਬਹੁਤ ਖੁਸ਼ ਸੀ, ਪਰ ਜ਼ਬਾਨ ਦਾ ਬੜਾ ਭੈੜਾ ਸੀ। ਉਹ ਹਰ ਇੱਕ ਦੀ ਐਵੇਂ ਹੀ ਲਾਪਾ ਕਰ ਦਿੰਦਾ ਸੀ। ਫਿਲਮ ਮੈਂ ਖਾਨਾ ਬਣਵਾਉਣ ਦਾ ਐਲਾਨ ਕੀਤਾ। ਕੁਝ ਕੰਮ ਸ਼ੁਰੂ ਵੀ ਕਰ ਲਿਆ ਸੀ। ਮੈਂ ਹੀ ਇੰਚਾਰਜ ਸਾਂ ਉਹਦਾ। ਇੱਕ ਦਿਨ ਦਫ਼ਤਰ ਦੇ ਵਿੱਚ ਬੈਠਿਆਂ ਪੰਜਾਬ ਤੇ ਪੰਜਾਬੀ ਦੀ ਗੱਲ ਸ਼ੁਰੂ ਹੋ ਗਈ। ਅਲਿਆਸ ਕਸ਼ਮੀਰੀ ਤੇ ਕਈ ਹੋਰ ਵੱਡੀ ਛਾਤੀਆਂ ਵਾਲੇ ਬੈਠੇ ਹੋਏ ਸਨ। ਨਕਸ਼ਬ आख्या, यहाँ किसी पंजाबी के बाप का ही पता नहीं चलता, बल्कि मुझे तो किसी का बाप नज़र ही नहीं आता। मैं ये गल जार ना सकिया। फाइल चुक के उहदे मूँह दे उत्ते मारी ते दफ्तर छड्ड दिता। कहंदा ही रह गया, उस्ताद मैं तुझे तो नहीं कहा, पर मैं आख्या किसे भईए दा प्यो होवे ना होवे, पर मेरा प्यो है। लाहौर दी म्यूनसिपल कमेटी दे दफ्तर दे विच मेरा ते मेरे प्यो दा नां दर्ज है। मैं फिर लाहौर आ गया। बादशाही मसीत दियां पौड़ियां दे विच डेरा ला लिया। पैसा धेला है नहीं सी। कुछ जान पछाण वाले लोग आ जांदे सन, गप्पा मारदे, कुछ फिल्म, कुछ जिहड़ा सी इलम अदब दियां गल्लां हुंदियां। इत्थे ही अलाओ उलदीन भी आ जांदा सी। सारा दिन मेरे कोल ही बह रहिंदा सी। मिलन वाले लोग तां शाम नूं चले जांदे, रात नूं मैं इकल्ला ही पै रहिंदा सी। सवेरे हीरा मंडी दे एक होटल तो नाश्ता करदा सां। पैसे दित्तियां बिना ही उठ आमदा सां। होटल दे मुलाजम मैनूं कोई पहलवान समझदे सन, डरदे कोई पैसा नहीं सी पुछदे। उस वेले पहलवानां दा बड़ा रोब हुंदा सी। मुलाजमां अपने मालक नूं जा दस्सिया कि एक पहलवान आमदा है, नाश्ता करके चलिया जांदा है, पर पैसा कोई नहीं दिंदा। एक दिन होटल दा मालक शेख रफी मेरे पिछे पिछे शाही मसीत दियां पौड़ियां दे विच आ गया, जिथे मैं बहिंदा सां। शेख रफी पैसे ना देवंदियां दी वजह पुछी तां मैं साफ दस दिता कि मेरे पल्ले कुछ नहीं, जद होणगे तां इकट्ठे ही दे दियांगा मैं। जद उहनूं मालूम होया कि मैं ही उस्ताद दामन हाँ, उस एहतराम दे नाल आखिया, उस्ताद जी नाश्ता ही नहीं, तुसी जिस वेले चाहो होटल तो खा पी सकदे हो जी,
ਤੁਹਾਡੇ ਨਾਲ ਤੁਹਾਡੇ ਹੋਰ ਮਿਲਣ ਵਾਲੇ ਵੀ ਖਾ ਸਕਦੇ ਨੇ। ਪੈਸਿਆਂ ਦੀ ਕੋਈ ਗੱਲ ਨਹੀਂ ਹੈ। ਜਦ ਕਦੀ ਹੋਵਣਗੇ ਤਾਂ ਆਪ ਹੀ ਆ ਜਾਵਣਗੇ। ਸ਼ੇਖ ਰਫੀ ਅਫਸੋਸ ਕਰ ਰਿਹਾ ਸੀ ਤੇ ਉਹਨੂੰ ਮੇਰੇ ਬਾਰੇ ਪਹਿਲਾਂ ਕਿਉਂ ਨਹੀਂ ਮਾਲੂਮ ਹੋਇਆ। ਫਿਰ ਉਸੇ ਹੀ ਭੱਜ ਦੌੜ ਦੇ ਨਾਲ ਇਹ ਹੁਜਰਾ ਅਜਮਨ ਇਸਲਾਮ ਦੇ ਕੋਲੋਂ ਮੈਨੂੰ ਲੈ ਕੇ ਦਿੱਤਾ ਸੀ। ਉਸੀ ਕਿਰਾਇਆ ਪਗੜੀ ਵਗੈਰਾ ਆਪਣੇ ਕੋਲੋਂ ਦਿੱਤਾ। ਮੈਂ ਤੇ ਸਾਈਂ ਅਖਤਰ ਇੱਥੇ ਆ ਕੇ ਡੇਰਾ ਲਾ ਲਿਆ। ਸਾਡੇ ਕੋਲ ਥੱਲੇ ਵਿਛਾਵਣ ਦੇ ਲਈ ਇੱਕ ਬੋਰੀ ਤੇ ਪਾਣੀ ਪੀਣ ਦੇ ਲਈ ਇੱਕ ਲੋਟਾ ਸੀ। ਇਸ ਹੁਜਰੇ ਦੇ ਵਿੱਚ ਕੋਈ ਘੋੜੇ ਬੰਨਦਾ ਹੁੰਦਾ ਸੀ ਪਹਿਲਾਂ। ਨਾ ਬਿਜਲੀ ਨਾ ਪਾਣੀ, ਉੱਤੋਂ ਬੜਾ ਗੰਦ ਪਾਇਆ ਹੋਇਆ ਸੀ ਘੋੜਿਆਂ ਇੱਥੇ। ਬਸ ਇੱਕ ਗੱਲ ਸੀ ਕਿ ਸ਼ਾਹ ਹੁਸੈਨ ਇੱਥੇ ਚਿੱਲਾ ਕੱਟਿਆ ਹੋਇਆ ਸੀ। ਸ਼ਾਹ ਹੁਸੈਨ ਦੇ ਨਾਲ ਖੋਰੇ ਬਚਪਨ ਤੋਂ ਹੀ ਮੈਨੂੰ ਕੋਈ ਲਗਾਓ ਸੀ। ਬਚਪਨ ਦੇ ਵਿੱਚ ਜਦ ਕਦੀ ਵੀ ਮੈਂ ਦੁਖੀ ਹੁੰਦਾ ਸਾਂ ਤਾਂ ਸ਼ਾਹ ਹੁਸੈਨ ਦੇ ਮਜ਼ਾਰ ਦੇ ਉੱਤੇ ਹੀ ਜਾ ਬਹਿੰਦਾ ਸਾਂ। ਸ਼ੇਖ ਰਫੀ ਮੇਰੀ ਬੜੀ ਮਦਦ ਕਰਦਾ ਰਹਿੰਦਾ ਸੀ। ਹਰ ਭੀੜ ਦੇ ਵਿੱਚ ਮੇਰਾ ਸਾਥ ਦਿੰਦਾ ਤੇ ਖਿਆਲ ਰੱਖਦਾ। ਉਸਤਾਦ ਜੀ ਦੇ ਹਾਲਾਤ ਸੁਣ ਕੇ ਸਭ ਲੋਕ ਸੁਰਦਾ ਹੋ ਗਏ ਸਨ। ਫਿਜ਼ਾ ਕਾਫੀ ਸੋਗਵਾਰ ਹੋ ਗਈ ਹੋਈ ਸੀ। ਸਿੱਧਾ ਸਾਦਾ ਸ਼ੇਖ ਰਫੀ ਜਿਹੜਾ ਉੱਥੇ ਹੀ ਬੈਠਾ ਹੋਇਆ ਸੀ ਵਾਰ-ਵਾਰ ਕਹਿੰਦਾ, ਛੱਡੋ ਉਸਤਾਦ ਜੀ, ਛੱਡੋ। ਮੈਂ ਕੁਝ ਵੀ ਤਾਂ ਨਹੀਂ ਕੀਤਾ ਹੈ। ਮੈਂ ਤੁਹਾਡੀ ਸਹੀ ਸੇਵਾ ਨਹੀਂ ਕਰ ਸਕਿਆ। ਪਰ ਉਸਤਾਦ ਜੀ ਉਹਨੂੰ ਹੀ ਮਹਾਨ ਇਨਸਾਨ ਆਖਦੇ ਸਨ। ਮਹਿਫਲ ਸੋਗਵਾਰ ਹੋਵਣ ਦੀ ਵਜ੍ਹਾ ਛੇਤੀ ਮੁੱਕ ਗਈ ਸੀ। ਸ਼ਾਮ ਹੋਵਣ ਵਾਲੀ ਤੇ ਮੈਂ ਸਲਾਮ ਕਰਕੇ ਘਰ ਪਰਤ ਆਇਆ। ਘਰ ਆਇਆ ਤਾਂ ਪਤਾ ਲੱਗਿਆ ਕਿ ਰਫੀਕ ਦਾ ਐਕਸੀਡੈਂਟ ਹੋ ਗਿਆ ਹੈ। ਅਸ਼ਰਫ ਦੇ ਨਾਲ ਸਾਈਕਲ ਦੇ ਉੱਤੇ ਬੈਠਾ ਹੋਇਆ ਸੀ ਕਿ ਇੱਕ ਵੈਗਨ ਦੇ ਨਾਲ ਟੱਕਰ ਹੋ ਗਈ। ਰਫੀਕ ਉਦੋਂ ਚੌਥੀ ਜਮਾਤ ਦੇ ਵਿੱਚ ਪੜ੍ਹਦਾ ਸੀ। ਬੜਾ ਮਾੜਾ ਹੋਇਆ। ਸ਼ੇਖੂਪੁਰੀਆ ਹਸਪਤਾਲ ਤੋਂ ਇਲਾਜ ਨਹੀਂ ਸੀ ਹੋ ਸਕਦਾ। ਮਿਊਨਿਸਪਲ ਹਸਪਤਾਲ ਲਾਹੌਰ ਲੈ ਆਏ। ਦੋਵਾਂ ਨੂੰ ਡਾਢੇ ਜ਼ਖਮ ਹੋਏ ਸਨ। ਦੋਵਾਂ ਦੀ ਇੱਕ ਲੱਤ ਦੀ ਹੱਡੀ ਟੁੱਟ ਗਈ। ਅਸ਼ਰਫ ਮੇਰੀ ਫੁੱਫੀ ਦਾ ਪੁੱਤਰ ਸੀ ਤੇ ਰਫੀਕ ਦੇ ਕੋਲੋਂ 4 ਸਾਲ ਵੱਡਾ ਸੀ। ਮੈਂ ਫੈਕਟਰੀ ਤੋਂ ਛੁੱਟੀਆਂ ਲਈਆਂ ਤੇ ਮਿਊਨਿਸਪਲ ਹਸਪਤਾਲ ਦੇ ਵਿੱਚ ਡੇਰਾ ਲਾ ਲਿਆ। ਉੱਥੇ ਉਸਤਾਦ ਜੀ ਆਏ ਸਨ ਹਸਪਤਾਲ ਮੇਰੇ ਕੋਲ। ਉਹਨਾਂ ਦੇ ਨਾਲ ਵਾਰਸ ਲੁਧਿਆਣਵੀ ਵੀ ਸੀ। ਕਾਫੀ ਦੇਰ ਉਸਤਾਦ ਜੀ ਬੈਠੇ ਰਹੇ ਤੇ ਮੈਨੂੰ ਤਸੱਲੀਆਂ ਦਿੰਦੇ ਰਹੇ ਸਨ। ਕੁਝ ਦਵਾ ਦਾਰੂ ਵਾਸਤੇ ਵੀ ਪੈਸੇ ਦੇਣਾ ਚਾਹੁੰਦੇ ਸਨ, ਪਰ ਮੈਂ ਪੈਸੇ ਨਹੀਂ ਸਨ ਲਏ। ਕਿਉਂ? ਜੋ ਮੈਨੂੰ ਮਾਲੂਮ ਸੀ ਕਿ ਉਹਨਾਂ ਦੀ ਆਪਣੀ ਹਾਲਤ ਕੀ ਹੈ। ਸ਼ਾਲੀਮਾਰ ਪ੍ਰੋਡਕਸ਼ਨ ਦੇ ਦਾਮਨ ਪਿਕਚਰ ਵਾਲੇ ਉਸਤਾਦ ਜੀ ਦੇ ਕੋਲੋਂ ਪੈਸੇ ਲੈ ਗਏ ਹੋਏ ਸਨ। ਫਿਲਮ ਜੱਟ ਮਿਰਜ਼ਾ ਬਣਾਉਣ ਦੀ ਤਿਆਰੀ ਦੇ ਵਿੱਚ ਸਨ। ਮਲਕ ਯੂਨਿਸ ਰਾਈਟਰ ਨੇ ਸ਼ਾਇਰ ਦੀ ਜ਼ਿੰਮੇਵਾਰੀ ਉਸਤਾਦ ਜੀ ਉੱਤੇ ਪਾਈ ਹੋਈ ਸੀ। ਹਸਪਤਾਲ ਦਾ ਮਾਹੌਲ ਦਿਨ ਨੂੰ ਕੁਝ ਹੋਰ ਹੁੰਦਾ ਸੀ, ਰਾਤ ਨੂੰ ਕੁਝ ਹੋਰ। ਪਹਿਲੇ ਪਹਿਲ ਤਾਂ ਮੈਨੂੰ ਆਪਣੇ ਪੁੱਤਰ ਦੀ ਫਿਕਰ ਦੇ ਨਾਲ ਕੁਝ ਹੋਰ ਸੁਝਦਾ ਹੀ ਨਹੀਂ ਸੀ। ਜਦ ਰਫੀਕ ਦੀ ਹਾਲਤ ਸੰਭਲ ਗਈ, ਸਿਰਫ ਲੱਤਾਂ ਦਾ ਇਲਾਜ ਹੋ ਰਿਹਾ ਸੀ, ਮੈਂ ਰਾਤਾਂ ਨੂੰ ਵਾਰਡ ਦੇ ਸੱਜੇ ਖੱਬੇ ਬਰਾਮਦੀਆਂ ਦੇ ਵਿੱਚ ਜਿਹੜਾ ਸੀ ਨੌਜਵਾਨਾਂ ਦੇ ਇਸ਼ਕ ਮਚਲਦੇ ਵੇਖੇ ਨੇ। ਉੱਥੇ ਨਵੇਂ ਇਸ਼ਕ ਵੀ ਹੁੰਦੇ ਸਨ ਤੇ ਪੁਰਾਣੇ ਆਸ਼ਕ ਵੀ ਕਿਸੇ ਨਾ ਕਿਸੇ ਬਹਾਨੇ ਉੱਥੇ ਆ ਮਿਲਦੇ ਸਨ। ਮਸ਼ੂਕਾਂ ਦੇ ਵਿੱਚ ਨਰਸਾਂ ਹੁੰਦੀਆਂ ਸਨ ਤੇ ਮਰੀਜ਼ਾਂ ਦੇ ਨਾਲ ਆਈਆਂ ਅਲੜਾ ਮੁਟਿਆਰਾਂ ਵੀ। ਅੰਮ੍ਰਿਤਸਰ ਵਾਰਡ ਦੀ ਮਿਸ ਜ਼ਰੀਨਾ ਬੜੀ ਖੁੱਲੀ ਡੁੱਲੀ ਗੱਲ ਕਰ ਲਿਆ ਕਰਦੀ ਸੀ। ਰਫੀਕ ਦੇ ਨਾਲ ਬੜੀ ਉਣਸ ਹੋ ਗਈ ਹੋਈ ਸੀ। ਉਹਨੂੰ ਜਦ ਮਾਲੂਮ ਹੋਇਆ ਕਿ ਰਫੀਕ ਦੀ ਮਾਂ ਜਿੰਦਾ ਨਹੀਂ ਰਹੀ, ਮੈਂ ਦੂਜੀ ਸ਼ਾਦੀ ਕਰ ਲਈ ਹੋਈ ਹੈ, ਉਹ ਜਿਹੜਾ ਸੀ ਖਾਸ ਖਿਆਲ ਰੱਖਣ ਲੱਗ ਪਈ ਸੀ ਰਫੀਕ ਦਾ ਵੀ। ਮੈਨੂੰ ਵੀ ਚੋਰ ਅੱਖ ਦੇ ਨਾਲ ਤੱਕ ਲਿਆ ਕਰਦੀ ਸੀ। ਇੱਕ ਦਿਨ ਮੈਂ ਉਹਨੂੰ ਪੁੱਛ ਹੀ ਲਿਆ ਕਿ ਮੈਨੂੰ ਚੋਰ ਅੱਖਾਂ ਦੇ ਨਾਲ ਤੱਕਣ ਦਾ ਕੀ ਮਤਲਬ ਹੈ। ਉਹ ਹੱਸ ਪਈ ਤੇ ਬੋਲੀ, ਬੜਾ ਖਚਰੋਟ ਲੱਗਣਾ ਹੈ ਤੂੰ। ਉਹ ਕਿੰਜ? ਮੇਰੇ ਅੱਖਾਂ ਦੇ ਉੱਤੇ ਉਸ ਪੁੱਛਿਆ, ਤੈਨੂੰ ਕਿਵੇਂ ਪਤਾ ਹੈ ਕਿ ਮੈਂ ਤੈਨੂੰ ਚੋਰ ਅੱਖਾਂ ਦੇ ਨਾਲ ਵੇਖਦੀ ਹਾਂ? ਮੈਨੂੰ ਤੇਰੀਆਂ ਅੱਖਾਂ ਸੋਹਣੀਆਂ ਲੱਗਦੀਆਂ ਨੇ, ਇਸ ਲਈ ਮੇਰਾ ਧਿਆਨ ਤੇਰੇ ਵੱਲ। ਤੂੰ ਰਫੀਕ ਦੇ ਨਾਲ ਕਿੰਨਾ ਕੁ ਪਿਆਰ ਕਰਨਾ ਹੈ? ਉਸ ਸਵਾਲ ਕਰ ਦਿੱਤਾ ਜਿੰਨਾ ਇੱਕ ਬਾਪ ਆਪਣੀ ਔਲਾਦ ਦੇ ਨਾਲ ਕਰਦਾ ਹੈ। ਮੇਰੇ ਦੱਸਣ ਦੇ ਉੱਤੇ ਉਸ ਫੇਰ ਪੁੱਛਿਆ, ਤੇ ਇਸ ਦੀ ਮਤਰੇਈ ਮਾਂ ਵੀ ਤੈਨੂੰ ਮਨਾ ਨਹੀਂ ਕਰਦੀ? ਕੀ ਮਤਲਬ? ਉਹ ਕਿਉਂ ਮਨਾ ਕਰੇਗੀ? ਮੈਨੂੰ ਚਿੰਤਾ ਹੋਈ ਕਿ ਕਿਤੇ ਰਫੀਕ ਤਾਂ ਸ਼ਿਕਾਇਤ ਨਹੀਂ ਕੀਤੀ ਕਿ ਤੈਨੂੰ ਕੁਝ ਰਫੀਕ ਨੇ ਆਖਿਆ ਹੈ। ਮੇਰੀ ਪਰੇਸ਼ਾਨੀ ਵੇਖ ਕੇ ਉਹ ਝੱਟ ਆਖਿਆ, ਨਹੀਂ, ਰਫੀਕ ਤਾਂ ਬਹੁਤ ਪਿਆਰਾ ਬੱਚਾ ਹੈ, ਉਸ ਕੁਝ ਨਹੀਂ ਆਖਿਆ। ਇਹ ਜਜ਼ਬਾ
ਮੈਂ ਤੇਰੇ ਚਿਹਰੇ ਦੇ ਉੱਤੋਂ ਪੜ੍ਹਨਾ ਚਾਹੁੰਦੀ ਸਾਂ। ਜਿਹਨੂੰ ਤੂੰ ਚੋਰ ਅੱਖ ਦੇ ਨਾਲ ਵੇਖਣਾ ਆਖਣਾ ਹੈ, ਉਹ ਮਿਸ ਮੈਨੂੰ ਤਾਂ ਫਿਕਰ ਹੀ ਲੱਗ ਗਈ ਸੀ ਕਿ ਸੱਚਮੁੱਚ ਹੀ ਕੋਈ ਗੱਲ ਨਾ ਹੋਈ ਹੋਵੇ। ਮੈਨੂੰ ਖਬਰ ਹੀ ਨਹੀਂ। ਮਿਸ ਯਕੀਨ ਕਰੋ ਕਿ ਮੇਰੀ ਬੀਵੀ ਇਸ ਮਾਮਲੇ ਦੇ ਵਿੱਚ ਬਹੁਤ ਚੰਗੀ ਹੈ। ਉਹਦੇ ਵਿੱਚ ਮਤਰੇਈ ਵਾਲੀ ਅਜੇ ਕੋਈ ਗੱਲ ਨਹੀਂ, ਪਰ ਤੇਰੀਆਂ ਅੱਖਾਂ ਬਹੁਤ ਖੂਬਸੂਰਤ ਨੇ। ਮੇਰੀ ਤਾਰੀਫ ਕਰਨ ਦੇ ਉੱਤੇ ਜ਼ਰੀਨਾ ਮੁਸਕਰਾ ਕੇ ਚਲੀ ਗਈ। ਉਹਦੀ ਉਸ ਦਿਨ ਦੀ ਡਿਊਟੀ ਮੁੱਕ ਗਈ ਸੀ। ਹਸਪਤਾਲ ਦੇ ਵਿੱਚ ਹੀ ਸਾਂ ਕਿ ਖਬਰ ਧੁੰਮ ਗਈ ਕਿ ਮੁਲਕ ਦੇ ਵਿੱਚ ਮਾਰਸ਼ਲ ਲਾ ਲੱਗ ਗਿਆ ਹੈ ਤੇ ਵਜ਼ੀਰ ਆਜ਼ਮ ਨੂੰ ਘਰ ਘੱਲ ਦਿੱਤਾ ਗਿਆ ਹੈ। ਇਹ ਗੱਲ ਸੁਣ ਕੇ ਬੜਾ ਦੁੱਖ ਹੋਇਆ। ਲੋਕਾਂ ਦੇ ਨਾਲ-ਨਾਲ ਮਰੀਜ਼ ਵੀ ਬੜੇ ਦੁਖੀ ਹੋਏ। ਕੁਝ ਦਿਨ ਹਸਪਤਾਲ ਰਹਿਣ ਮਗਰੋਂ ਰਫੀਕ ਦੀ ਲੱਤ ਉੱਤੇ ਪਲਸਤਰ ਹੋਇਆ ਤਾਂ ਅਸੀਂ ਘਰ ਆ ਗਏ। ਅਗਲੀ ਵਾਰ ਹਸਪਤਾਲ ਜਾ ਕੇ ਐਕਸ-ਰੇ ਲੈ ਕੇ ਵੇਖਿਆ ਲੱਤ ਠੀਕ ਨਹੀਂ ਸੀ ਜੁੜੀ। ਕੁਝ ਸਿਆਣੇ ਲੋਕਾਂ ਦੇ ਮਸ਼ਵਰੇ ਦੇ ਉੱਤੇ ਹਸਪਤਾਲ ਦੀ ਬਜਾਏ ਬਾਹਰੋਂ ਇੱਕ ਹੱਡੀ ਦੇ ਸਿਆਣੇ ਦੇ ਕੋਲੋਂ ਲੱਤ ਦਾ ਇਲਾਜ ਕਰਵਾਇਆ ਗਿਆ, ਜਿਸ ਦੇ ਨਾਲ ਰਫੀਕ ਫੇਰ ਠੀਕ ਹੋ ਕੇ ਸਕੂਲੇ ਜਾਵਣ ਲੱਗ ਪਿਆ। ਰਫੀਕ ਦੀ ਤਕਲੀਫ ਦੀ ਵਜ੍ਹਾ ਕਾਰਨ ਇੱਕ ਵਾਰ ਫੇਰ ਮੈਂ 5-6 ਮਹੀਨੇ ਹੁਜਰੇ ਨਹੀਂ ਸਾ ਜਾ ਸਕਿਆ। ਮੁਲਕ ਦੇ ਮੌਜੂਦ ਵਜ਼ੀਰ ਆਜ਼ਮ ਉੱਤੇ ਜਿਹੜਾ ਸੀ, ਵਜ਼ੀਰੇ ਆਜ਼ਮ ਉੱਤੇ ਕਤਲ ਦਾ ਮੁਕੱਦਮਾ ਬਣ ਗਿਆ ਹੋਇਆ ਸੀ। ਅਦਾਲਤੀ ਕਾਰਵਾਈ ਸ਼ੁਰੂ ਹੋਣ ਵਾਲੀ ਸੀ। ਦੇਸ਼ ਦੇ ਵਿੱਚ ਬੜੀ ਬੇਚੈਨੀ ਦੀ ਫਿਜ਼ਾ ਜੜੀ ਬਣੀ ਹੋਈ ਸੀ। ਪੰਜਾਬੀ ਅਦਬੀ ਸੰਗਤ ਦੇ ਅਜਲਾਸ ਬੰਦ ਸਨ। ਉਸਤਾਦ ਜੀ ਦੇ ਹੁਜਰੇ ਦੀਆਂ ਰੌਣਕਾਂ ਦੇ ਵਿੱਚ ਤਬਦੀਲੀ ਜਿਹੀ ਲੱਗਦੀ ਸੀ। ਲੋਕ ਜ਼ਿਆਦਾ ਆਵਣ ਲੱਗ ਪਏ। ਮੇਰਾ ਫੇਰ ਆਣਾ ਜਾਣਾ ਹੋਇਆ। ਉਸਤਾਦ ਜੀ ਦੇ ਚਿਹਰੇ ਦੇ ਉੱਤੇ ਕੁਝ ਬੇਰੌਣਕੀ ਜਿਹੀ ਜਾਪਦੀ ਸੀ। ਉਹਨਾਂ ਆਖਿਆ, ਇਸ ਮੁਲਕ ਦਾ ਅੰਜਾਮ ਚੰਗਾ ਨਹੀਂ ਲੱਗਦਾ ਹੈ ਮੈਨੂੰ। ਭਲਾ ਇੰਜ ਵੀ ਕੋਈ ਕਰਦਾ ਹੈ? ਸਾਡੀ ਫੌਜ ਮੁਲਕ ਦੇ ਨਾਲ ਧਰੋਹ ਕਰ ਰਹੀ ਹੈ। ਮੈਂ ਹੈਰਾਨ ਸਾਂ ਕਿ ਖੁਸ਼ ਹੋਵਣ ਦੀ ਥਾਂ ਅਫਸੋਸ ਕਰ ਰਹੇ ਨੇ ਉਸਤਾਦ ਜੀ। ਜਿਸ ਅਵਾਮੀ ਹਕੂਮਤ ਨੇ ਇਹਨਾਂ ਤੇ ਮੁਕੱਦਮੇ ਬਣਾ ਕੇ ਤੰਗ ਕੀਤਾ ਸੀ, ਉਸੇ ਹਕੂਮਤ ਦੇ ਨਾਲ ਹਮਦਰਦੀ ਕੀ ਮਤਲਬ ਹੋਇਆ? ਇਹ ਗੱਲ ਮੈਂ ਪੁੱਛਣ ਹੀ ਕਰਦਾ ਸਾਂ, ਪਰ ਕੋਈ ਮੌਕਾ ਹੀ ਨਹੀਂ ਸੀ ਮਿਲਦਾ। ਲੋਕ ਆਮਦੇ ਜਾਂਦੇ ਰਹਿੰਦੇ ਸਨ ਤੇ ਹੋਰ ਗੱਲਾਂ ਹੁੰਦੀਆਂ ਰਹਿੰਦੀਆਂ। ਇੱਕ ਦਿਨ ਚੌਧਰੀ ਜ਼ਹੂਰ ਅਲੀ ਆਏ ਤੇ ਸ਼ਾਮ ਹੋ ਰਹੀ ਸੀ। ਚੌਧਰੀ ਜ਼ਹੂਰ ਅਲੀ ਦੇ ਆਵਣ ਦੇ ਨਾਲ ਬੈਠੇ ਲੋਕ ਉੱਠ ਕੇ ਟੁਰ ਪਏ। ਮੈਂ ਉੱਠਣ ਲੱਗਿਆ ਤਾਂ ਉਸਤਾਦ ਜੀ ਮੈਨੂੰ ਹੱਥ ਦੇ ਇਸ਼ਾਰੇ ਦੇ ਨਾਲ ਬੈਠਣ ਲਈ ਕਿਹਾ। ਮੈਂ ਬਹਿ ਗਿਆ। ਚੌਧਰੀ ਜ਼ਹੂਰ ਅਲੀ ਕਹਿ ਰਹੇ ਸਨ ਕਿ ਉਸਤਾਦ ਜੀ, ਹੁਣ ਇਹਨੂੰ ਕੋਈ ਨਹੀਂ ਬਚਾ ਸਕਦਾ। ਕੁਝ ਹੋਰ ਗੱਲਾਂ ਵੀ ਹੋਈਆਂ ਸਨ, ਪਰ ਮੈਨੂੰ ਇਸ ਵੇਲੇ ਯਾਦ ਨਹੀਂ ਆ ਰਹੀਆਂ। ਉਹਨਾਂ ਦੇ ਵਿੱਚੋਂ ਇੱਕ ਇਹ ਗੱਲ ਵੀ ਸੀ ਕਿ ਮੈਂ ਤੁਹਾਡੇ ਲਈ ਇੱਕ ਮਕਾਨ ਬਣਾਉਣਾ ਚਾਹਨਾ। ਤੁਹਾਡੀ ਕੀ ਮਰਜ਼ੀ ਹੈ ਜੀ? ਉਸਤਾਦ ਜੀ ਮੁਸਕਰਾ ਕੇ ਬੋਲੇ, ਚੌਧਰੀ ਜੀ, ਮਰਜ਼ੀ ਤਾਂ ਮਾਲਕਾਂ ਦੀ ਹੁੰਦੀ ਹੈ, ਸਾਡੀ ਕਾਹਦੀ ਮਰਜ਼ੀ? ਇਸ ਗੱਲ ਦੇ ਉੱਤੇ ਚੌਧਰੀ ਜ਼ਹੂਰ ਅਲੀ ਥੋੜੇ ਜਿਹੇ ਝਿਜਕੇ ਤੇ ਆਖਿਆ, ਉਸਤਾਦ ਜੀ, ਮੇਰੀ ਤਾਂ ਕੋਸ਼ਿਸ਼ ਹੈ ਕਿ ਤੁਹਾਡਾ ਪਾਸਪੋਰਟ ਵੀ ਵਾਪਸ ਮਿਲ ਜਾਵੇ। ਉਸਤਾਦ ਜੀ ਕੁਝ ਨਾ ਬੋਲੇ। ਚੌਧਰੀ ਕੋਈ ਹੋਰ ਗੱਲ ਤੋਰ ਦਿੱਤੀ ਅੱਗਿਓਂ। ਕੁਝ ਦੇਰ ਮਗਰੋਂ ਚੌਧਰੀ ਸਾਹਿਬ ਚਲੇ ਗਏ। ਉਸਤਾਦ ਜੀ ਆਖਣ ਲੱਗੇ, ਸ਼ੇਖੂਪੁਰੀਆ, ਤੇਰੇ ਹੁੰਦਿਆਂ ਕੋਈ ਬੰਦਾ ਆ ਜਾਵੇ ਤਾਂ ਜਾਵਨ ਦੀ ਇਜਾਜ਼ਤ ਨਾ ਮੰਗਿਆ ਕਰ ਤੂੰ। ਇਹ ਕੰਮ ਜਿਹੜਾ ਤੂੰ ਹੁਣ ਕੀਤਾ ਹੈ, ਚਾਹ ਲਿਆਂਦੀ ਹੈ, ਚੌਧਰੀ ਵਾਸਤੇ ਮੱਛੀ ਲਿਆਇਆ ਹੈ, ਕੌਣ ਲਿਆਂਦਾ? ਇੰਜ ਨਾ ਕਰਿਆ ਕਰ ਯਾਰ। ਮੈਂ ਵਾਅਦਾ ਕੀਤਾ ਕਿ ਉਸਤਾਦ ਜੀ, ਆਇੰਦਾ ਇੰਜ ਨਹੀਂ ਹੋਏਗਾ। ਇਸ ਤੋਂ ਬਾਅਦ ਮੈਂ ਘਰ ਆ ਗਿਆ। ਫੈਕਟਰੀ ਦੇ ਵਿੱਚ ਯੂਨੀਅਨ ਵਾਲਿਆਂ ਬੜੀ ਅੱਤ ਚੁੱਕੀ ਪਈ ਸੀ। ਮੁਖਾਲਫਾਂ ਨੂੰ ਤੰਗ ਕਰਕੇ ਉਹਨਾਂ ਨੂੰ ਸਵਾਦ ਆਉਂਦਾ ਸੀ ਨਾ। ਇਕੱਲੇ ਹੋ ਕੇ ਲੋਕ ਮੁਖਾਲਫਤ ਕਰਦੇ ਸਨ। ਮਜ਼ਦੂਰ ਡਰੇ ਤੇ ਸਹਿਮੇ ਜਾਪਦੇ ਸਨ। ਇੰਤਜ਼ਾਮੀਆਂ ਦੀ ਬਜਾਏ ਮਜ਼ਦੂਰ ਲੀਡਰ ਆਪ ਮਜ਼ਦੂਰਾਂ ਦੇ ਖਿਲਾਫ ਸ਼ਿਕਾਇਤਾਂ ਕਰਕੇ ਫੈਕਟਰੀ ਵੱਲੋਂ ਸਜ਼ਾ ਦਿਵਾ ਕੇ ਖੁਸ਼ ਹੁੰਦੇ। ਮਜ਼ਦੂਰ ਜੱਦੋ-ਜਹਿਦ ਬਾਰੇ ਮੈਂ ਕੁਝ ਹੋਰ ਸੁਣਿਆ ਤੇ ਪੜ੍ਹਿਆ ਹੋਇਆ ਸੀ, ਪਰ ਇੱਥੇ ਤਾਂ ਸਭ ਕੁਝ ਉਲਟ ਹੁੰਦਾ ਸੀ। ਇੱਕ ਗੱਲੋਂ ਚੰਗਾ ਹੀ ਹੁੰਦਾ ਹੈ। ਮੈਂ ਸੋਚਦਾ ਕਿ ਜਦ ਮਜ਼ਦੂਰ ਹੀ ਆਪਣੇ ਆਪ ਨੂੰ ਮਜ਼ਦੂਰ ਨਹੀਂ ਸਮਝਦੇ, ਉਹਨਾਂ ਦੇ ਵਿੱਚ ਉਹ ਹੀ ਆਕੜ ਹੈ ਜਿਸ ਦੇ ਮੈਂ ਖਿਲਾਫ ਹਾਂ। ਚੌਧਰੀ, ਰਾਠਾਂ, ਖਾਨਾਂ, ਸਈਦਾਂ ਤੇ ਸਰਦਾਰਾਂ ਵਾਲੀ ਆਕੜ। ਇਸੇ ਸੋਚ ਦੇ ਨਾਲ ਹੀ ਅਜੇ ਤੀਕ ਮਜ਼ਦੂਰ ਜੁੜਿਆ ਹੀ ਹੋਇਆ ਹੈ। ਇਨਕਲਾਬ ਕਿੰਜ ਆ ਸੀ, ਪਰ ਉਸ ਵੇਲੇ ਮੈਨੂੰ
ਖਿਜ ਚੜ੍ਹਦੀ ਜਦੋਂ ਯੂਨੀਅਨ ਦੇ ਨੁਮਾਇੰਦਿਆਂ ਨੂੰ ਮਾਰ ਧਾੜ ਤੇ ਆਪਣੇ ਹੀ ਮਜ਼ਦੂਰਾਂ ਨੂੰ ਤੰਗ ਕਰਦਿਆਂ ਵੇਖਦਾ। ਮੈਂ ਲੀਡਰਾਂ ਦੇ ਖਿਲਾਫ ਬੋਲਦਾ ਨਫ਼ਰਤ ਦਾ ਇਜ਼ਹਾਰ ਕਰਦਾ। ਕੋਈ ਮਜ਼ਦੂਰ ਮੇਰੇ ਨਾਲ ਨਾ ਟੁਰਦਾ। ਉਂਝ ਤੰਗ ਸਾਰੇ ਹੀ ਸਨ ਆਪਣੇ ਲੀਡਰਾਂ ਕੋਲੋਂ। ਪਿੱਛੇ ਪਿੱਛੇ ਗੱਲਾਂ ਕਰਦੇ, ਮੂੰਹ ਉੱਤੇ ਤਾਰੀਫ ਕਰਦੇ। ਮੈਨੂੰ ਬਹੁਤ ਬੁਰਾ ਲੱਗਦਾ। ਮੈਂ ਸੋਚਦਾ ਮਜ਼ਦੂਰਾਂ ਨੂੰ ਮਾਲੂਮ ਨਹੀਂ ਭੋਲੇ ਨੇ ਇਹਨਾਂ ਦਾ ਕੋਈ ਕਸੂਰ ਨਹੀਂ ਹੈ। ਮੈਂ ਇਹਨਾਂ ਨੂੰ ਯੂਨੀਅਨ ਦੇ ਖਿਲਾਫ ਦੱਸਾਂਗਾ। ਅਗਲੇ ਸਾਲ ਯੂਨੀਅਨ ਦੇ ਚੁਣਾਵ ਹੋਣੇ ਸਨ। ਚੋਣਾਂ ਕੋਈ ਵੀ ਸਦਰ ਦੇ ਖਿਲਾਫ ਇਲੈਕਸ਼ਨ ਨਹੀਂ ਸੀ ਲੜਨਾ ਚਾਹੁੰਦਾ। ਇਹ ਜਾਣ ਕੇ ਸਦਰ ਨੇ ਫਰਾਉਨ ਵਾਂਗਰ ਧੌਣ ਹੋਰ ਅਕੜਾ ਲਈ ਸੀ। ਮੈਂ ਗੁੱਸੇ ਦੇ ਨਾਲ ਸੱਜਾ ਵੇਖਿਆ ਨਾ ਖੱਬਾ। ਸਦਰ ਦੇ ਜਿਹੜਾ ਮੁਕਾਬਲੇ ਦੇ ਵਿੱਚ ਇਲੈਕਸ਼ਨ ਲੜਨ ਦਾ ਐਲਾਨ ਕਰਤਾ। ਮਜ਼ਦੂਰਾਂ ਸਦਰ ਤੋਂ ਡਰਦਿਆਂ ਮੇਰਾ ਸਾਥ ਨਾ ਦਿੱਤਾ। ਮੈਂ ਬਹੁਤ ਬੁਰੀ ਤਰ੍ਹਾਂ ਹਾਰ ਗਿਆ। ਪਰ ਸਦਰ ਦਾ ਮੁਕਾਬਲਾ ਕਰਨ ਦੀ ਰਵਾਇਤ ਪੈ ਗਈ ਸੀ ਨਾ। ਹੁਜਰੇ ਆ ਕੇ ਮਾਲੂਮ ਹੋਇਆ ਕਿ ਇੱਥੇ ਵੀ ਸਦਰ ਦੇ ਖਿਲਾਫ ਪੂਰੀ ਨਜ਼ਰ ਆਖੀ ਗਈ ਹੈ। ਹੁਜਰੇ ਆ ਕੇ ਮਾਲੂਮ ਹੋਇਆ ਕਿ ਇੱਥੇ ਵੀ ਸਦਰ ਦੇ ਖਿਲਾਫ ਪੂਰੀ ਨਜ਼ਮ ਆਖੀ ਗਈ ਹੈ। ਕਹਿੰਦਾ ਹੈ ਕਿ ਇਸ ਮੁਲਕ ਦੀਆਂ ਮੌਜਾਂ ਹੀ ਮੌਜਾਂ, ਇਸ ਮੁਲਕ ਦੀਆਂ ਮੌਜਾਂ ਹੀ ਮੌਜਾਂ, ਜਿੱਧਰ ਵੇਖੋ ਫੌਜਾਂ ਹੀ ਫੌਜਾਂ। ਇਸ ਮੁਲਕ ਦੇ ਦੋ ਖੁਦਾ, ਮਾਰਸ਼ਲ ਲਾ ਤੇ ਲਾ ਅੱਲਾ। ਇਹ ਨਜ਼ਮ ਬੜੀ ਮਸ਼ਹੂਰ ਸੀ ਪਰ ਆਪਣੇ ਕੋਲੋਂ ਵਧਾ ਘਟਾ ਕੇ ਪੜ੍ਹੀ ਜਾਂਦੀ ਸੀ। ਇਸ ਨਜ਼ਮ ਨੇ ਪੂਰੇ ਮੁਲਕ ਦੇ ਵਿੱਚ ਫੌਜ ਦੇ ਖਿਲਾਫ ਨਫ਼ਰਤ ਦੇ ਵਿੱਚ ਵਾਧਾ ਕਰ ਦਿੱਤਾ ਸੀ। ਚੌਧਰੀ ਜ਼ਹੂਰ ਦਾ ਬਣਵਾਇਆ ਮਕਾਨ ਬਣਿਆ ਹੀ ਰਹਿ ਗਿਆ ਤੇ ਪਾਸਪੋਰਟ ਕਿੱਥੋਂ ਬਣਨਾ ਸੀ? ਪਾਸਪੋਰਟ ਕਿੱਥੋਂ ਬਣਨਾ ਸੀ? ਕਿੱਥੋਂ ਬਣਨਾ ਸੀ? ਜੀ ਦੋਸਤੋ, ਇਹ ਸੀ ਜੀ ਨਾਵਲ ਭੁੱਬਲ, ਫਰਜ਼ੰਦ ਅਲੀ ਜੀ ਦੀ ਕਲਮ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਸ, ਦੁਆਬਾ ਰੇਡੀਓ ਦਾ ਮੰਚ ਤੇ ਲੜੀਵਾਰ ਭਾਗ 14ਵਾਂ ਨਾਵਲ ਭੁੱਬਲ ਦਾ।